ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਉੱਤੇ ਪੀ ਐਸ ਟੈਟ, ਸੀ ਟੈਟ, ਮਾਸਟਰ ਕੇਡਰ ਅਤੇ ਐਨ ਟੀ ਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੈਕਸਟ ਟੌਪਿਕ ਜਿਹੜਾ ਹੈ ਉਸਦੇ 60 ਜਿਹੜੇ ਹੈ MCQ ਡਿਸਕਸ ਕਰਾਂਗੇ। ਸੋ ਸਾਰੇ ਵਨ ਲਾਈਨਰ ਹੀ ਰਹਿਣਗੇ ਕਿਉਂਕਿ ਟਾਈਮ ਦੇ ਅਕੋਰਡਿੰਗ ਜਿਹੜੇ ਸਾਰੇ ਟੌਪਿਕ ਆਪਾਂ ਕੰਪਲੀਟ ਕਰਨੇ ਹੋਣਗੇ। ਤਾਂ ਪਹਿਲਾ ਅੱਜ ਦਾ ਸਾਡਾ ਟੌਪਿਕ ਜਿਹੜਾ ਹੈ ਉਹਦਾ ਫਸਟ ਸਿਟੀਜ਼ ਹੈ, ਯਾਨੀ ਕਿ ਜਿਹੜੀਆਂ ਸਾਡੇ ਖਾਸ ਤੌਰ ਤੇ ਭਾਰਤ ਦੀ ਗੱਲ ਕੀਤੀ ਜਾਊ, ਸੰਸਾਰ ਦਾ ਨਹੀਂ ਪੁੱਛਦੇ ਹੈਗੇ ਚ, ਕਿਉਂਕਿ ਪੀ ਐਸ ਟੈਟ ਹੈ ਸਿਲੇਬਸ ਜਿਹੜਾ ਹੈ ਨਾ ਉਹਨਾਂ ਨੇ ਅਰਲੀ ਸੋਸਾਇਟੀਜ਼ ਦੀ ਹੀ ਸਿਟੀਜ਼ ਦੀ ਗੱਲ ਕੀਤੀ ਹੈਗੀ। ਓਕੇ, ਤਾਂ ਫਸਟ ਸਿਟੀ ਜਿਹੜੀਆਂ ਹੈਗੀਆਂ ਨੇ ਭਾਰਤ ਦੇ ਵਿੱਚ ਉਹਨਾਂ ਦੇ ਬਾਰੇ, ਉਹਨਾਂ ਨੂੰ ਕਿਸ ਨੇ ਖੋਜਿਆ, ਕੀ ਨਾਮ ਦਿੱਤਾ ਸੀ, ਮੀਨ 'ਚ ਸਾਡੀ ਹੜੱਪਾ ਸੱਭਿਅਤਾ ਹੀ ਆਉਂਦੀ ਹੈ। ਠੀਕ ਹੈ, ਸੋ ਇੱਥੇ ਗੱਲ ਖਤਮ ਹੁੰਦੀ ਹੈਗੀ ਹੈ। ਸੋ ਇਹਦੇ ਨਾਲ ਰਿਲੇਟਡ 60 MCQ ਨੇ। ਸੋ ਸਾਰਾ ਟੌਪਿਕ ਜਿਹੜਾ ਇਹ ਕੰਪਲੀਟ ਹੈ ਇਹਦੇ ਵਿੱਚ। ਠੀਕ ਹੈ, ਇਸ ਤੋਂ ਬਾਅਦ ਆਪਾਂ ਨੈਕਸਟ ਪਾਰਟ ਦੀ ਹੀ ਗੱਲ ਕਰਾਂਗੇ। ਤਾਂ ਇਹਦੇ ਵਿੱਚ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਕਈ ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ। WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਹੈ ਜੀ, ਕੱਲ ਆਪਾਂ 445 ਤੱਕ ਕੰਪਲੀਟ ਕਰ ਲਏ ਸੀ। ਸੋ 46 ਨੰਬਰ ਕੁਐਸਚਨ ਹੈ, ਸਭ ਤੋਂ ਪਹਿਲਾਂ ਹੜੱਪਾ ਸੱਭਿਅਤਾ ਦੇ ਅਵਸ਼ੇਸ਼ ਬਾਰੇ ਕਦੋਂ ਪਤਾ ਲੱਗਿਆ ਸੀ। ਸੋ ਇਸ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਦੇ ਦੇਵਾਂ ਕਿ ਜਿਹੜਾ ਸਾਡਾ ਵੈਨ, ਵੇਅਰ ਐਂਡ ਹਾਊ ਵਾਲਾ ਟੌਪਿਕ ਹੈ ਉਹ ਕੰਪਲੀਟ ਹੋ ਚੁੱਕਿਆ ਸੀਗਾ, ਅਤੇ ਉਸ ਤੋਂ ਅਗਲਾ ਜਿਹੜਾ ਕੱਲ੍ਹ ਵਾਲਾ ਪਾਰਟ ਸੀ ਉਹ ਅਰਲੀ ਸੁਸਾਇਟੀਜ਼ ਵਾਲਾ ਅਤੇ ਦਾ ਫਸਟ ਫਾਰਮਰ ਐਂਡ ਹੈਡਰਸ ਵਾਲਾ ਸੀਗਾ। ਠੀਕ ਆ, ਸੋ ਉੱਥੋਂ ਤੁਸੀਂ ਉਹ ਦੇਖ ਲਿਓ, ਜਿਨੀ ਕਿ ਜੋ ਲਾਸਟ ਪਾਰਟ ਹੈ ਉਹ ਪਿਛਲੇ ਦੋ ਟੌਪਿਕਾਂ ਦੇ ਨਾਲ ਸੰਬੰਧਿਤ ਹੈ, ਬਟ ਉਹਦਾ ਜਿਹੜਾ ਥੰਬਨੇਲ ਹੈ ਉਹ ਸ਼ਾਇਦ ਵਿਨ ਵੇਅਰ ਵਾਲਾ ਬਣ ਗਿਆ ਸੀਗਾ, ਇਸ ਕਰਕੇ ਸ਼ਾਇਦ ਕਾਫੀ ਜਣਿਆਂ ਦੇ ਜਿਹੜੇ ਕਮੈਂਟ ਆ ਉਹ ਆਏ ਹੋਏ ਸੀਗੇ। ਓਕੇ, ਤਾਂ ਉਹ ਲਾਸਟ ਟੌਪਿਕ ਹੈ, ਇਸ ਕਰਕੇ ਉਹ ਕਵਰ ਹੋ ਚੁੱਕਿਆ ਹੈ। ਆਪਾਂ ਨੈਕਸਟ ਟੌਪਿਕ ਜਿਹੜੇ ਹੈ ਉਹ ਸ਼ੁਰੂ ਕਰ ਰਹੇ ਹਾਂ, ਯਾਨੀ ਕਿ ਪਹਿਲੇ ਜਿਹੜੇ ਤਿੰਨ ਟੌਪਿਕ ਆ ਉਹ ਕੰਪਲੀਟ ਹੋ ਚੁੱਕੇ ਨੇ। ਵਿਨ, ਵੇਅਰ ਐਂਡ ਹਾਊ ਵਾਲਾ, ਫਿਰ ਅਰਲੀ ਸੁਸਾਇਟੀਜ਼ ਵਾਲਾ, ਫਿਰ ਫਸਟ ਫਾਰਮਰ ਜਿਹੜੇ ਹੈਗੇ ਨੇ ਉਹ ਲਾਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰ ਲਿਆ ਹੈ, ਖਤਮ ਹੋ ਗਿਆ ਉੱਥੇ। ਠੀਕ ਹੈ, ਸੋ ਜੇਕਰ ਕੋਈ ਐਕਸਟਰਾ ਹੋਰ ਚੀਜ਼ ਹੋਊਗੀ ਉਹ ਆਪਾਂ ਲਾਸਟ ਦੇ ਵਿੱਚ ਸਿਲੇਬਸ ਕੰਪਲੀਟ ਕਰ ਲਵਾਂਗੇ, ਉਸ ਤੋਂ ਬਾਅਦ ਤੁਹਾਨੂੰ ਉਹ ਦੱਸ ਦੇਵਾਂਗੇ। ਓਕੇ, ਤਾਂ ਅੱਜ ਅਸੀਂ ਨਵੇਂ ਟੌਪਿਕ ਤੋਂ ਸ਼ੁਰੂਆਤ ਕਰ ਰਹੇ ਹਾਂ, ਦਾ ਫਸਟ ਸਿਟੀਜ਼। ਤਾਂ ਇਹਦੇ ਵਿੱਚ ਹੜੱਪਾ ਸੱਭਿਅਤਾ ਹੀ ਪ੍ਰਮੁੱਖ ਹੈ। ਸੋ ਇਹ ਸਾਰਿਆਂ ਨੂੰ ਜਿਹੜੀ ਜਾਣਕਾਰੀ ਹੈ, ਬਟ ਤੁਸੀਂ ਇਹਨੂੰ ਕਲਾਸ ਨੂੰ ਸਾਰੀ ਨੂੰ ਜ਼ਰੂਰ ਸੁਣਿਆ ਕਰੋ, ਕਿਉਂਕਿ ਇੱਕ ਕੁਐਸਚਨ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਨਿਕਲਦੇ ਹੁੰਦੇ ਨੇ, ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹਨੂੰ ਤੁਸੀਂ ਜ਼ਰੂਰ ਪੂਰੀ ਸੁਣਿਆ ਕਰੋ। ਓਕੇ, ਚਲੋ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਤਾਂ ਸਭ ਤੋਂ ਪਹਿਲਾਂ ਹੜੱਪਾ ਸੱਭਿਅਤਾ ਦੇ ਅਵਸ਼ੇਸ਼ ਬਾਰੇ ਕਦੋਂ ਪਤਾ ਲੱਗਿਆ, ਤਾਂ 1856 ਦੇ ਵਿੱਚ ਸਭ ਤੋਂ ਪਹਿਲੀ ਵਾਰ ਪਤਾ ਲੱਗਿਆ ਸੀਗਾ। ਇਸ ਦੇ ਪਤਾ ਲੱਗਣ ਦਾ ਕਾਰਨ ਇਹ ਸੀਗਾ ਕਿ ਲਾਹੌਰ ਦੇ ਨੇੜੇ ਨਾ ਜਿਹੜਾ ਹੈ ਲਾਰਡ ਡਲਹੌਜੀ ਦੇ ਦੁਆਰਾ ਜਦੋਂ ਰੇਲ ਵਿਛਾਉਣ ਦੇ ਲਈ ਪਟੜੀ ਦੀ ਜਿਹੜੀ ਖੋਜ ਕਰ ਰਹੇ ਸੀਗੇ, ਪਟੜੀ ਬਣਾਉਣ ਦੇ ਲਈ ਜਿਹੜੀ ਖੁਦਵਾਈ ਕਰ ਰਹੇ ਸੀਗੇ, ਉਸ ਦੌਰਾਨ ਜਿਹੜਾ ਹੈ ਹੜੱਪਾ ਸੱਭਿਅਤਾ ਦੇ ਅਵਸ਼ੇਸ਼ ਮਿਲੇ ਸੀ। ਇਹ 1856 ਦੇ ਵਿੱਚ ਮਿਲੇ ਸੀਗੇ, ਬਟ ਹੌਲੀ ਹੌਲੀ ਜਿਹੜਾ ਹੈ ਅੱਗੇ ਜਾ ਕੇ ਇਹਨੂੰ ਪੂਰਾ ਸਕਸੈਸਫੁਲ ਕੀਤਾ ਸੀ। ਬਟ ਅਵਸ਼ੇਸ਼ ਜਿਹੜੇ ਆ ਉਹ 1856 ਦੇ ਵਿੱਚ ਪਹਿਲੀ ਵਾਰ ਮਿਲ ਗਏ ਸੀ। ਹਾਲਾਂਕਿ ਤੋਂ ਪਹਿਲਾਂ ਵੀ ਮਿਲੇ ਸੀ, ਬਟ ਉਹ ਪੱਕਾ ਸਬੂਤ ਨਹੀਂ ਸੀਗਾ। ਫਿਰ 1856 ਦੇ ਵਿੱਚ ਵੀ ਇਹ ਕਿਹਾ ਕਿ ਸ਼ਾਇਦ ਕੋਈ ਸੱਭਿਅਤਾ ਇੱਥੇ ਸੀਗੀ। ਫਿਰ ਉਹ ਕਾਫੀ ਅੱਗੇ ਜਾ ਕੇ ਜਿਹੜਾ ਨਾ ਪੂਰਾ ਕੰਪਲੀਟ ਕੀਤਾ ਕਿ ਵਾਕਈ ਹੀ ਉੱਥੇ ਸੀ ਕੋਈ ਨਾ ਕੋਈ ਚੀਜ਼। ਨੈਕਸਟ ਹੈ, ਹੜੱਪਾ ਨਾਮੀ ਸੱਭਿਅਤਾ ਦੀ ਖੋਜ ਕਦੋਂ ਹੋਈ। ਤਾਂ ਹੜੱਪਾ ਨਾਮੀ ਸੱਭਿਅਤਾ ਦੀ ਜਿਹੜੀ ਖੋਜ ਸੀਗੀ ਇਹ ਕਦੋਂ ਹੋਈ ਹੈ, ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ 1921 ਦੇ ਵਿੱਚ ਹੜੱਪਾ ਨਾਮੀ ਸਥਾਨ ਦੀ ਜਿਹੜੀ ਹੈ ਖੋਜ ਹੋਈ ਸੀ। ਧਿਆਨ ਰੱਖਣਾ ਹੈ ਕਿ ਹੜੱਪਾ ਨਾਮੀ ਸਥਾਨ ਜਿਹੜਾ ਹੈ ਇਹ ਪ੍ਰਮੁੱਖ ਕੇਂਦਰ ਸੀ। ਇਸੇ ਕੇਂਦਰ ਦੇ ਹੀ ਸਭ ਤੋਂ ਵੱਧ ਜਿਹੜਾ ਕਹਿੰਦਾ ਪਹਿਲਾਂ ਖੋਜਣ ਦੇ ਕਾਰਨ ਕਰਕੇ ਇਹਦਾ ਨਾਮ ਜਿਹੜਾ ਹੈ ਉਹ ਹੜੱਪਾ ਸੱਭਿਅਤਾ ਪੈ ਗਿਆ ਸੀਗਾ। ਇੱਕ ਚੀਜ਼ ਹੋਰ ਯਾਦ ਰੱਖ ਲਿਓ ਕਿ ਇਸ ਦਾ ਨਾਮ ਜਿਹੜਾ ਹੈ ਉਹ ਸਿੰਧ ਘਾਟੀ ਦੀ ਸੱਭਿਅਤਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਕਿਉਂ ਜਾਣਿਆ ਜਾਂਦਾ ਹੈ, ਕਿਉਂਕਿ ਜਿਹੜੀ ਇਹ ਸੱਭਿਅਤਾ ਹੈਗੀ ਆ ਇਹ ਇੰਡਸ ਰਿਵਰ ਦੇ ਕੰਢੇ ਦੇ ਉੱਪਰ ਬਸੀ ਹੋਈ ਸੀਗੀ, ਇਸੇ ਕਰਕੇ ਇਸ ਨੂੰ ਸਿੰਧ ਘਾਟੀ ਦੀ ਸੱਭਿਅਤਾ ਜਾਂ ਇੰਡਸ ਸਿਵਲਾਈਜੇਸ਼ਨ ਵੀ ਜਿਹੜਾ ਹੈ ਉਹ ਕਹਿ ਦਿੱਤਾ ਜਾਂਦਾ ਹੈਗਾ। ਓਕੇ, ਤਾਂ ਪਹਿਲਾ ਕੇਂਦਰ ਜਿਹੜਾ ਹੈ ਉਹ ਹੜੱਪਾ ਦਾ ਸੀਗਾ, ਜਿਹੜਾ ਕਿ 1921 ਦੇ ਵਿੱਚ ਖੋਜਿਆ ਗਿਆ ਸੀ, ਬਟ ਅਵਸ਼ੇਸ਼ 1856 ਦੇ ਵਿੱਚ ਇਸ ਦੇ ਮਿਲ ਚੁੱਕੇ ਸੀਗੇ। ਨੈਕਸਟ ਕੁਐਸਚਨ ਹੈ, ਹੜੱਪਾ ਨਾਮੀ ਸਥਾਨ ਦੀ ਖੋਜ ਕਿਸ ਨੇ ਕੀਤੀ ਸੀ। ਇਹ ਸਾਨੂੰ ਪਤਾ ਲੱਗ ਗਿਆ ਹੈ ਕਿ 1921 ਦੇ ਵਿੱਚ ਹੋਈ ਸੀ, ਬਟ ਖੋਜ ਕਿਸ ਵਿਅਕਤੀ ਨੇ ਕੀਤੀ ਸੀ। ਮੋਸਟ ਇੰਪੋਰਟੈਂਟ ਹੈ, RB ਦਿਆਰਾਮ ਸਾਹਨੀ ਦੇ ਦੁਆਰਾ ਜਿਹੜਾ ਹੈ RB ਦਿਆਰਾਮ ਸਾਹਨੀ ਦੇ ਦੁਆਰਾ ਹੜੱਪਾ ਨਾਮੀ ਸਥਾਨ ਦੀ ਖੋਜ ਕੀਤੀ ਗਈ ਸੀ 1921 ਦੇ ਵਿੱਚ। ਇਹ ਪਹਿਲਾ ਸਥਾਨ ਸੀ, ਇਹ ਵੀ ਯਾਦ ਰੱਖਣਾ ਹੈ। ਨੈਕਸਟ ਹੈ,
ਸਰ ਜਾਨ ਮਾਰਸ਼ਲ ਨੇ ਹੜੱਪਾ ਸਭਿਅਤਾ ਦੀ ਖੁਦਾਈ ਦਾ ਕੰਮ ਕਦੋਂ ਸ਼ੁਰੂ ਕੀਤਾ? ਸਰ ਜਾਨ ਮਾਰਸ਼ਲ ਨੇ ਹੜੱਪਾ ਸਭਿਅਤਾ ਦੀ ਖੁਦਾਈ ਦਾ ਕੰਮ ਜਿਹੜਾ ਹੈ ਉਹ ਕਦੋਂ ਸ਼ੁਰੂ ਕੀਤਾ ਸੀ? ਤਾਂ 1931 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਸਰ ਜਾਨ ਮਾਰਸ਼ਲ ਦੇ ਦੁਆਰਾ। ਠੀਕ ਹੈ, ਹੜੱਪਾ ਸਭਿਅਤਾ ਦੀ ਖੁਦਾਈ ਮੀਨਜ਼ ਹੋਰ ਕੇਂਦਰਾਂ ਦੇ ਨਾਲ ਸੰਬੰਧਿਤ ਹੈ। ਨੈਕਸਟ ਹੈ ਜੀ, ਸਿੰਧ ਘਾਟੀ ਦੀ ਸਭਿਅਤਾ ਕਿਸ ਨਦੀ ਦੇ ਕਿਨਾਰੇ ਵਸੀ ਹੋਈ ਹੈ? ਇਹ ਪਹਿਲਾਂ ਮੈਂ ਦੱਸ ਚੁੱਕਿਆ ਹਾਂ, ਤਾਂ ਸਿੰਧ ਨਦੀ ਦੇ ਕਿਨਾਰੇ ਦੇ ਉੱਪਰ ਵਸੀ ਹੋਈ ਹੈ। ਇਸੇ ਕਰਕੇ ਹੀ ਇਸ ਦਾ ਨਾਮ ਜਿਹੜਾ ਹੈ ਉਹ ਸਿੰਧ ਘਾਟੀ ਦੀ ਸਭਿਅਤਾ, ਅਗਰ ਇੰਗਲਿਸ਼ ਦੇ ਵਿੱਚ ਗੱਲ ਕਰਦੇ ਹਾਂ ਤਾਂ ਇੰਡਸ ਬਣਦਾ ਇਸ ਦਾ ਨਾਮ। ਇਸੇ ਕਾਰਨ ਕਰਕੇ ਇਸ ਨੂੰ ਇੰਡਸ ਸਿਵਲਾਈਜੇਸ਼ਨ ਵੀ ਕਹਿੰਦੇ ਹੈਗੇ ਨੇਗੇ। ਅਤੇ ਪਹਿਲਾ ਸਥਾਨ ਹੜੱਪਾ ਜਿਹੜਾ ਲੱਭਿਆ ਸੀ, ਜਿਹਦੇ ਕਾਰਨ ਕਰਕੇ ਇਹਨੂੰ ਹੜੱਪਾ ਸਭਿਅਤਾ ਵੀ ਕਹਿ ਦਿੱਤਾ ਜਾਂਦਾ ਹੈ। ਤੇ ਤਿੰਨ ਨਾਵਾਂ ਨਾਲ ਜਿਹੜਾ ਹੈ ਇਹਨੂੰ ਜਾਣਿਆ ਜਾਂਦਾ ਹੈ। ਨੈਕਸਟ ਹੈ ਜੀ, ਸਿੰਧ ਘਾਟੀ ਦੀ ਸਭਿਅਤਾ ਦਾ ਖੇਤਰਫਲ ਕਿੰਨਾ ਹੈ? ਤਾਂ ਸਿੰਧ ਘਾਟੀ ਦੀ ਸਭਿਅਤਾ ਦਾ ਖੇਤਰਫਲ ਹੈ ਜੀ 1,99,600 ਵਰਗ ਕਿਲੋਮੀਟਰ ਖੇਤਰ ਦੇ ਵਿੱਚ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਹੈ ਉਹ ਪੂਰੀ ਫੈਲੀ ਹੋਈ ਸੀ। ਯਾਨੀ ਕਿ ਇਹਦੇ ਪ੍ਰਮੁੱਖ ਕੇਂਦਰ ਜਿਹੜੇ ਨੇ ਉਹ ਪਾਕਿਸਤਾਨ ਅਤੇ ਭਾਰਤ ਦੋਨਾਂ ਦੇ ਵਿੱਚ ਮਿਲਦੇ ਹੈਗੇ ਨੇ। ਪਾਕਿਸਤਾਨ ਅਤੇ ਭਾਰਤ ਦਾ ਜਿਹੜਾ ਕੁੱਲ ਏਰੀਆ ਮਿਲਾ ਕੇ ਜਿੱਥੇ ਜਿੱਥੇ ਖੇਤਰ ਪਾਏ ਜਾਂਦੇ ਨੇ ਉਹ 1,99,600 ਵਰਗ ਕਿਲੋਮੀਟਰ ਖੇਤਰ ਬਣਦਾ ਹੈ। ਨੈਕਸਟ ਕੁਐਸਚਨ ਹੈ, ਸਿੰਧ ਘਾਟੀ ਦੀ ਸਭਿਅਤਾ ਦਾ ਕਾਲ ਕਿੰਨਾ ਸੀ? ਸੋ ਸਮਾਂ ਜਿਹੜਾ ਹੈ ਉਹ ਕਿੰਨਾ ਸੀਗਾ? ਇਹ 2250 ਤੋਂ ਲੈ ਕੇ 1750 ਈਸਵੀ ਪੂਰਵ ਤੱਕ ਦਾ ਸਮਾਂ ਸੀਗਾ। 2250 ਤੋਂ ਚੱਲਿਆ ਸੀ 1750 ਈਸਵੀ ਪੂਰਵ ਤੱਕ ਚੱਲਿਆ ਸੀ। ਸੋ ਇਹ BC ਦੇ ਨਾਲ ਵਰਤਿਆ ਜਾਊਗਾ ਕਿਉਂਕਿ ਇੱਥੇ ਜਿਹੜਾ ਕਾਲ ਹੈ ਨਾ ਪੁੱਠਾ ਚੱਲ ਰਿਹਾ ਹੈ, ਬੈਕ ਚੱਲ ਰਿਹਾ ਹੈ 2250 ਤੋਂ 1750 ਤੱਕ ਦਾ। ਨੈਕਸਟ ਕੁਐਸਚਨ ਹੈ, ਸਿੰਧ ਘਾਟੀ ਦੀ ਸਭਿਅਤਾ ਕਿੰਨੇ ਸਾਲ ਪੁਰਾਣੀ ਹੈ? ਤਾਂ ਇਹ ਟੋਟਲ ਬਣਦੀ ਹੈ ਜੀ 5000 ਸਾਲ ਪਹਿਲਾਂ। ਤਾਂ ਇਹ ਸਭ ਤੋਂ ਵਿਕਸਿਤ ਸਭਿਅਤਾ ਵੀ ਕਿਹਾ ਜਾਂਦਾ ਹੈ ਅਤੇ ਭਾਰਤ ਦੀ ਪਹਿਲੀ ਸਭਿਅਤਾ ਵੀ ਇਸੇ ਨੂੰ ਹੀ ਕਿਹਾ ਜਾਂਦਾ ਹੈ। ਠੀਕ ਹੈ, ਤਕਰੀਬਨ 5000 ਸਾਲ ਪਹਿਲਾਂ ਜਿਹੜਾ ਹੈ ਸਿੰਧ ਘਾਟੀ ਦੀ ਸਭਿਅਤਾ ਉਹ ਵਸੀ ਹੋਈ ਸੀ। ਯਾਨੀ ਕਿ ਅੱਜ ਤੋਂ 5000 ਸਾਲ ਪਹਿਲਾਂ ਇਹ ਸਭਿਅਤਾ ਵਿਕਸਿਤ ਸੀਗੀ ਪੂਰੀ। ਨੈਕਸਟ ਹੈ ਜੀ, ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਕਿਹੜੀ ਹੈ ਜੀ? ਸੋ ਇਹ ਸਿੰਧ ਘਾਟੀ ਦੀ ਸਭਿਅਤਾ ਹੈ, ਜਿਹਨੂੰ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਅਸੀਂ ਜਾਣਦੇ ਹੈਗੇ। ਨੈਕਸਟ ਕੁਐਸਚਨ ਹੈ, ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੁਣ ਤੱਕ ਕਿੰਨੇ ਕੇਂਦਰ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਖੋਜੇ ਜਾ ਚੁੱਕੇ ਹੈਗੇ ਨੇ? ਤਾਂ ਹੁਣ ਤੱਕ ਜਿਹੜਾ ਹੈ ਜੇ ਗੱਲ ਕਰੀਏ ਤਾਂ ਉਹ 300 ਕੇਂਦਰ ਖੋਜੇ ਜਾ ਚੁੱਕੇ ਨੇ। ਪਰ ਧਿਆਨ ਦਿਓ ਇਸ ਦੇ ਉੱਪਰ ਕਿ ਕਈ ਸਾਰੀਆਂ ਬੁੱਕਸ ਦੇ ਵਿੱਚ 250 ਦੇ ਕਰੀਬ ਵੀ ਲਿਖੇ ਹੋਏ ਨੇਗੇ। ਠੀਕ ਹੈ, 250 ਜਾਂ 200 ਉਹ ਬੁੱਕਸ ਦੇ ਵਿੱਚ ਪੁਰਾਣਾ ਡਾਟਾ ਹੈ। ਠੀਕ ਹੈ, ਸੋ ਜੇ ਤੁਸੀਂ ਉੱਥੋਂ ਪੜ੍ਹਿਆ ਹੈ ਤਾਂ ਉੱਥੋਂ ਵੀ ਤੁਸੀਂ ਯਾਦ ਰੱਖ ਸਕਦੇ ਹੋ ਕਿਉਂਕਿ ਐਗਜ਼ਾਮੀਨਰ ਪਤਾ ਨਹੀਂ ਕਿੱਥੋਂ ਪੁੱਛੂਗਾ, ਕਿਹੜੀ ਬੁੱਕ 'ਚੋਂ ਪੁੱਛੂਗਾ। ਬਟ ਇਸੇ ਰੋੜਾ ਦੇ ਅਕੋਰਡਿੰਗ ਜਿਹੜਾ ਹੈ ਵਰਤਮਾਨ ਸਮੇਂ ਦੇ ਵਿੱਚ ਜੋ ਲੇਟੈਸਟ ਡਾਟੇ ਦੇ ਅਕੋਰਡਿੰਗ ਬਣਦਾ ਹੈ ਕਿ 300 ਦੇ ਕਰੀਬ ਜਿਹੜੇ ਕੇਂਦਰ ਆ ਉਹ ਖੋਜੇ ਜਾ ਚੁੱਕੇ ਨੇ ਦੋਨਾਂ ਇੱਕ ਭਾਰਤ ਦੇ ਵਿੱਚ ਅਤੇ ਇੱਕ ਪਾਕਿਸਤਾਨ, ਯਾਨੀ ਕਿ ਦੋਨਾਂ ਦੇਸ਼ਾਂ ਦੀ ਗੱਲ ਕੀਤੀ ਹੈ, ਨਾ ਕਿ ਇੱਕ ਦੇਸ਼ ਦੀ। ਨੈਕਸਟ ਹੈ ਜੀ 56 ਨੰਬਰ, ਰਾਵੀ ਨਦੀ ਦੇ ਕੰਢੇ ਦੇ ਉੱਪਰ ਹੜੱਪਾ ਸਭਿਅਤਾ ਦਾ ਕਿਹੜਾ ਸ਼ਹਿਰ ਵਸਿਆ ਹੈ? ਇਹ ਬਹੁਤ ਇੰਪੋਰਟੈਂਟ ਨੇ। ਠੀਕ ਹੈ, ਨਦੀਆਂ ਜ਼ਰੂਰ ਧਿਆਨ 'ਚ ਰੱਖ ਲਿਓ ਕਿ ਕਿਹੜੀ ਨਦੀ ਦੇ ਉੱਪਰ ਕਿਹੜਾ ਜਿਹੜਾ ਖੇਤਰ ਹੈ ਸਥਿਤ ਹੈ, ਕਿਹੜਾ ਸ਼ਹਿਰ ਸਥਿਤ ਹੈ। ਤਾਂ ਰਾਵੀ ਨਦੀ ਦੇ ਉੱਪਰ ਵਸਿਆ ਹੋਇਆ ਜੀ ਹੜੱਪਾ ਕੇਂਦਰ, ਜਿਹਦੇ ਨਾਮ ਦੇ ਉੱਪਰ ਇਸ ਸਭਿਅਤਾ ਦਾ ਨਾਮ ਪਿਆ ਹੈ। ਠੀਕ ਹੈ ਜੀ, ਇਹ ਹੈ ਰਾਵੀ ਨਦੀ ਦੇ ਕੰਢੇ ਦੇ ਉੱਪਰ ਹੜੱਪਾ ਦਾ ਕੇਂਦਰ। ਨੈਕਸਟ ਹੈ ਜੀ, ਮਹੰਜੋਦੜੋ ਸ਼ਹਿਰ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ? ਮਹੰਜੋਦੜੋ ਜਿਹੜਾ ਹੈ ਇਹ ਸ਼ਹਿਰ ਸਥਿਤ ਹੈ ਜੀ ਲਰਕਾਣਾ ਜ਼ਿਲ੍ਹੇ ਦੇ ਵਿੱਚ, ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਸੋ ਉਸੇ ਸਥਾਨ ਦੇ ਵਿੱਚ ਇਸ ਨੂੰ ਜਿਹੜਾ ਹੈ ਕਹਿ ਸਕਦੇ ਹਾਂ ਮੰਨਿਆ ਜਾਂਦਾ ਹੈ, ਮੀਨਸ ਹੈਗੀ ਐਗਜ਼ੈਕਟ ਦੇ ਵਿੱਚ ਹੀ ਹੈਗੇ ਆ। ਓਕੇ, ਮਹੰਜੋਦੜੋ ਸ਼ਹਿਰ ਜਿਹੜਾ ਹੈ ਇਹ ਲਰਕਾਣਾ ਦੇ ਵਿੱਚ ਪਾਇਆ ਜਾਂਦਾ ਹੈ, ਪਾਕਿਸਤਾਨ ਦੇ ਵਿੱਚ ਹੈ। ਇਹ ਜ਼ਰੂਰ ਯਾਦ ਰੱਖਣਾ। ਇੱਕ ਹੋਰ ਚੀਜ਼ ਵੀ ਯਾਦ ਰੱਖਣਾ ਕਿ ਹੜੱਪਾ ਅਤੇ ਮਹੰਜੋਦੜੋ ਇਹ ਦੋਨੋਂ ਹੀ ਕੇਂਦਰ ਪ੍ਰਮੁੱਖ ਕੇਂਦਰ ਨੇ, ਬਟ ਇਹ ਦੋਨੇ ਹੀ ਕੇਂਦਰ ਪਾਕਿਸਤਾਨ ਦੇ ਵਿੱਚ ਨੇ। ਨੈਕਸਟ ਹੈ ਜੀ, ਮਹੰਜੋਦੜੋ ਸ਼ਹਿਰ ਦੀ ਖੋਜ ਕਦੋਂ ਹੋਈ? ਮਹੰਜੋਦੜੋ ਸ਼ਹਿਰ ਸੀ ਜਿਹੜਾ ਇਸ ਦੀ ਖੋਜ ਹੋਈ ਸੀ 1922 ਦੇ ਵਿੱਚ ਜੀ। ਹੜੱਪਾ 1921 ਦੇ ਵਿੱਚ ਖੋਜਿਆ ਗਿਆ ਹੈ, ਮਹੰਜੋਦੜੋ ਜਿਹੜਾ ਹੈ ਉਹ 1922 ਦੇ ਵਿੱਚ ਖੋਜਿਆ ਗਿਆ ਹੈ। ਧਿਆਨ ਰੱਖਣਾ ਕਿ ਮਹੰਜੋਦੜੋ ਸ਼ਹਿਰ ਦੀ ਖੋਜ ਕਿਸ ਨੇ ਕੀਤੀ ਸੀ? ਇਹ ਵੀ ਕੁਐਸਚਨ ਆ ਜਾਂਦਾ ਹੁੰਦਾ ਹੈ। ਤਾਂ ਇਹ ਖੋਜ ਕੀਤੀ ਸੀ ਜੀ RB ਬੈਨਰਜੀ ਨੇ। RB ਬੈਨਰਜੀ ਨੇ ਮਹੰਜੋਦੜੋ ਦੀ ਖੋਜ ਕੀਤੀ ਸੀ 1922 ਦੇ ਵਿੱਚ ਇਹ ਖੋਜ ਕਰੀ ਗਈ ਸੀਗੀ। ਇਹ ਦੂਸਰਾ ਨਗਰ ਸੀਗਾ ਹੜੱਪਾ ਸਭਿਅਤਾ ਦਾ। ਨੈਕਸਟ ਹੈ ਜੀ, ਮਹੰਜੋਦੜੋ ਨਗਰ ਕਿਹੜੀ ਨਦੀ ਦੇ ਕੰਢੇ ਦੇ ਉੱਪਰ ਵਸਿਆ ਹੋਇਆ ਹੈ? ਸੋ ਇਹ ਵੀ ਇੰਪੋਰਟੈਂਟ ਹੈ ਜੀ। ਇਸ ਨਦੀ ਦਾ ਨਾਮ ਹੈ ਜੀ ਸਿੰਧ ਨਦੀ ਦੇ ਉੱਪਰ ਵਸਿਆ ਹੋਇਆ, ਇੰਡਸ ਰਿਵਰ ਦੇ ਉੱਪਰ ਵਸਿਆ ਹੋਇਆ ਜੀ ਮਹੰਜੋਦੜੋ ਨਗਰ। ਠੀਕ ਹੈ, ਇਸ ਕੰਢੇ ਦੇ ਉੱਪਰ ਵਸਿਆ ਹੋਇਆ ਸੀਗਾ ਇਹ ਵਾਲਾ। ਨਦੀਆਂ, ਖੋਜ ਤੇ ਸਾਲ, ਇਹ ਤਿੰਨ ਚੀਜ਼ਾਂ ਜ਼ਰੂਰ ਯਾਦ ਕਰ ਲਓ, ਜਿਹੜੇ ਕੁਐਸਚਨ ਤੁਹਾਨੂੰ ਮੈਂ ਐਡ ਕਰਕੇ ਦਿੱਤੇ ਹੋਏ ਨੇ ਇਹਦੇ ਵਿੱਚ। ਨੈਕਸਟ ਕੁਐਸਚਨ ਹੈ ਜੀ, ਮਹੰਜੋਦੜੋ ਨਗਰ ਦੀਆਂ ਕਿੰਨੀਆਂ ਤਹਿਾਂ ਨੇ? ਤਾਂ ਮਹੰਜੋਦੜੋ ਨਗਰ ਦੀਆਂ 7 ਤਹਿਾਂ ਮਿਲਦੀਆਂ ਨੇ। ਇਹਨਾਂ 7 ਤਹਿਾਂ ਦਾ ਮਤਲਬ ਹੈ ਕਿ ਮਹੰਜੋਦੜੋ ਜਿਹੜਾ ਹੈ ਉਹ 7 ਵਾਰ ਤਾਂ ਵਸਿਆ ਹੈ ਅਤੇ 7 ਵਾਰ ਜਿਹੜਾ ਹੈ ਉਜੜਿਆ ਹੋਇਆ ਸ਼ਹਿਰ ਹੈ। ਯਾਨੀ ਕਿ 7 ਵਾਰ ਜਿਹੜਾ ਉਜੜਿਆ ਅਤੇ 7 ਵਾਰ ਵਸਿਆ ਹੋਇਆ, ਉਸ ਤੋਂ ਜਿਹੜੀਆਂ ਇਹ 7 ਪਰਤਾਂ ਦੇਖਣ ਨੂੰ ਮਿਲਦੀਆਂ, 7 ਤਹਿਾਂ, ਯਾਨੀ ਕਿ ਦੱਬਿਆ ਜਾਂਦਾ ਸੀ ਹਰ ਵਾਰੀ। ਨੈਕਸਟ ਹੈ ਜੀ, ਵਿਸ਼ਾਲ ਇਸ਼ਨਾਨ ਘਰ ਕਿੱਥੇ?
ਜਾਂ ਕਿਹੜੇ ਸਥਾਨ ਤੇ ਮਿਲਿਆ ਸੀ? ਵਿਸ਼ਾਲ ਇਸ਼ਨਾਨ ਘਰ ਜਿਹੜਾ ਹੈ ਉਹ ਮਿਲਿਆ ਸੀ ਜੀ ਮੋਹਨਜੋਦੜੋ ਦੇ ਵਿਖੇ। ਇਸ ਨੂੰ ਦਾ ਗ੍ਰੇਟ ਬਾਥ ਵੀ ਕਿਹਾ ਜਾਂਦਾ ਹੈਗਾ ਗਾ। ਕਾਫੀ ਵੱਡਾ ਸੀਗਾ, ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਬਣਾਇਆ ਹੋਇਆ ਸੀ, ਜਿੱਥੇ ਪਾਣੀ ਦੇ ਪੂਰੇ ਸਰੋਤ ਸੀਗੇ, ਠੀਕ ਹੈ। ਨਾਲ ਹੀ ਉੱਥੇ ਜਿਹੜਾ ਕਹਿ ਸਕਦੇ ਹਾਂ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਕਮਰੇ ਵੀ ਬਣਾਏ ਹੋਏ ਸੀ, ਤਾਂ ਕਿ ਕੱਪੜੇ ਵਗੈਰਾ ਜਿਹੜੇ ਚੇਂਜ ਕਰਨੇ, ਜਾਂ ਉੱਥੇ ਲੇਡੀਜ਼ ਲਈ ਖਾਸ ਪ੍ਰਬੰਧ ਕੀਤਾ ਹੋਇਆ ਸੀ ਨਾ। ਸੋ ਉਸ ਸਮੇਂ ਦੇ ਵਿੱਚ ਇੰਨੀ ਪਰਫੈਕਟ ਟੈਕਨੋਲੋਜੀ ਜਿਹੜੀ ਹੈ ਉਹ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਵੀ ਧਿਆਨ ਰੱਖਿਓ ਕਿ ਇਹਦੇ ਵਿੱਚ ਪਾਣੀ ਸਾਫ਼ ਪਾਣੀ ਆਉਂਦਾ ਸੀ, ਅਤੇ ਗੰਦੇ ਪਾਣੀ ਨੂੰ ਕੱਢਣ ਦੇ ਲਈ ਇੱਕ ਨਾਲੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਤਾਂ ਕਿ ਪੁਰਾਣੇ ਪਾਣੀ ਦਾ ਇਸਤੇਮਾਲ ਨਾ ਕੀਤਾ ਜਾਵੇ। ਨੈਕਸਟ ਹੈ ਚਨਹੋਦੜੋ ਨਗਰ ਦੀ ਖੋਜ ਕਿਸਨੇ ਕੀਤੀ ਸੀ ਜੀ? ਚਨਹੋਦੜੋ ਨਗਰ ਦੀ ਖੋਜ ਕੀਤੀ ਜੀ 1931 ਦੇ ਵਿੱਚ। ਇਹ 1931 ਦੇ ਵਿੱਚ ਖੋਜਿਆ ਗਿਆ ਨਗਰ ਸੀਗਾ। ਧਿਆਨ ਰੱਖਿਓ ਕਿ ਜਿੰਨੇ ਮੈਂ ਨਗਰ ਲਿਖਾਏ ਨੇ ਮੋਸਟਲੀ ਇਹਨਾਂ ਦੇ ਵਿੱਚੋਂ ਹੀ ਪੁੱਛਦੇ ਨੇ, ਐਕਸਟਰਾ ਹੋ ਬਹੁਤ ਘੱਟ ਪੁੱਛਦੇ ਹੁੰਦੇ ਨੇ, ਠੀਕ ਹੈ। ਮੀਨਜ਼ ਇਹੀ ਮੇਨ ਟੌਪਿਕ ਨੇ ਇਹਦੇ ਵਿੱਚ, ਹੜੱਪਾ ਦੇ ਵਿੱਚ। ਨੈਕਸਟ ਹੈ ਕਾਂਸੇ ਦੀ ਨਰਤਕੀ ਦੀ ਮੂਰਤੀ ਕਿਸ ਸਥਾਨ ਤੋਂ ਮਿਲੀ ਸੀਗੀ? ਤੇ ਇੱਥੇ ਕਹਿ ਸਕਦੇ ਹਾਂ ਕਾਂਸੇ ਤੋਂ ਵੀ ਇਹ ਜਾਣੂ ਸੀਗੇ, ਇਹ ਵੀ ਆਪਾਂ ਕਹਿ ਸਕਦੇ ਹਾਂ ਨਾ। ਕਾਂਸੇ ਦੀ ਨਰਤਕੀ ਦੀ ਮੂਰਤੀ ਜਿਹੜੀ ਹੈ ਉਹ ਮੋਹਨਜੋਦੜੋ ਵਿਖੇ ਮਿਲੀ ਸੀਗੀ। ਧਿਆਨ ਰੱਖਣਾ, ਗ੍ਰੇਟ ਬਾਥ ਜਿਹਨੂੰ ਵਿਸ਼ਾਲ ਇਸ਼ਨਾਨ ਘਰ ਕਹਿੰਦੇ ਨੇ, ਤੇ ਕਾਂਸੇ ਦੀ ਨਰਤਕੀ ਦੀ ਮੂਰਤੀ ਇਹ ਮੋਹਨਜੋਦੜੋ ਵਿਖੇ ਹੀ ਮਿਲੇ ਸੀਗੇ ਦੋਨੋਂ, ਠੀਕ ਹੈ। ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਵੀ ਨੇ ਜੋ ਅੱਗੇ ਅੱਗੇ ਤੁਹਾਨੂੰ ਕੁਐਸਚਨ 'ਚ ਪਤਾ ਲੱਗਣਗੀਆਂ। ਨੈਕਸਟ ਹੈ ਜੀ NG ਮਜ਼ੂਮਦਾਰ ਨੇ ਕਿਹੜੇ ਨਗਰ ਦੀ ਖੋਜ ਕੀਤੀ ਸੀ? ਸੋ NG ਮਜ਼ੂਮ ਦੇ ਦੁਆਰਾ ਖੋਜ ਕੀਤੀ ਗਈ ਸੀ ਜੀ ਚਨਹੋਦੜੋ ਨਗਰ ਦੀ। ਚਨਹੋਦੜੋ ਨਗਰ ਨੂੰ ਕਿਸ ਨੇ ਖੋਜਿਆ ਸੀ ਜੀ? NG ਮਜ਼ੂਮਦਾਰ ਨੇ 1931 ਦੇ ਵਿੱਚ ਇਸ ਨੂੰ ਖੋਜਿਆ ਸੀਗਾ। ਨੈਕਸਟ ਹੈ ਜੀ 66 ਨੰਬਰ, ਕੋਟਲਾ ਨਿਹੰਗ ਖਾਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ? ਕੋਟਲਾ ਨਿਹੰਗ ਖਾਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ? ਤਾਂ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਸਥਿਤ ਹੈ, ਯਾਨੀ ਕਿ ਸਾਡੇ ਪੰਜਾਬ ਦਾ ਕੇਂਦਰ ਹੈ, ਅਤੇ ਇਹ ਹੜੱਪਾ ਸੱਭਿਅਤਾ ਦੇ ਨਾਲ ਸੰਬੰਧਿਤ ਕੇਂਦਰ ਹੈ, ਕਿਉਂਕਿ ਇੱਥੋਂ ਇਸ ਦੇ ਅਵਸ਼ੇਸ਼ ਮਿਲੇ ਨੇ। ਨੈਕਸਟ ਹੈ ਜੀ ਕੋਟਲਾ ਨਿਹੰਗ ਖਾਨ ਨਗਰ ਦੀ ਖੋਜ YD ਸ਼ਰਮਾ ਨੇ ਕਦੋਂ ਕੀਤੀ? ਇਸ ਦੀ ਖੋਜ ਜਿਹੜੀ ਹੈ ਉਹ 1953 ਦੇ ਵਿੱਚ ਕੀਤੀ ਸੀ। ਕਿਸ ਨੇ ਕੀਤੀ ਸੀ? YD ਸ਼ਰਮਾ ਨੇ ਕੀਤੀ ਸੀ। ਦੋ ਕੁਐਸਚਨ ਬਣਦੇ ਇਹਦੇ ਵਿੱਚ, ਠੀਕ ਹੈ। ਕੋਟਲਾ ਨਿਹੰਗ ਖਾਨ ਦੀ ਜਿਹੜੀ ਖੋਜ ਸੀ ਉਹ YD ਸ਼ਰਮਾ ਨੇ ਕੀਤੀ ਸੀ, 1953 ਦੇ ਵਿੱਚ ਦੀ ਖੋਜ ਕੀਤੀ ਸੀ, ਅਤੇ ਇਹ ਰੋਪੜ ਦੇ ਵਿੱਚ ਸਥਿਤ ਹੈ, ਪੰਜਾਬ ਦੇ ਵਿੱਚ, ਸਾਡੇ ਪੰਜਾਬ ਦੇ। ਨੈਕਸਟ ਹੈ ਜੀ ਕੋਟਲਾ ਨਿਹੰਗ ਖਾਨ ਨਗਰ ਕਿਸ ਨਦੀ ਦੇ ਕੰਢੇ ਦੇ ਉੱਪਰ ਸਥਿਤ ਹੈ ਜੀ? ਤਾਂ ਇਹ ਸਥਿਤ ਹੈ ਜੀ ਸਤਲੁਜ ਨਦੀ ਦੇ ਉੱਪਰ। ਸਤਲੁਜ ਨਦੀ ਦੇ ਉੱਪਰ ਵਸਿਆ ਹੋਇਆ ਸਾਡਾ ਰੋਪੜ ਜ਼ਿਲ੍ਹਾ ਜਿਹੜਾ ਹੈ ਨਾ ਉਹ ਸਤਲੁਜ ਨਦੀ ਤੇ ਹੀ ਪੈਂਦਾ ਹੈ। ਇਸ ਕਰਕੇ ਤੁਸੀਂ ਇਸ ਨੂੰ ਵੀ ਯਾਦ ਰੱਖ ਸਕਦੇ ਇਸ ਤਰੀਕੇ ਨਾਲ ਕਿ ਕੋਟਲਾ ਨਿਹੰਗ ਖਾਨ ਜਿਹੜਾ ਹੈ ਉਹ ਰੋਪੜ ਜ਼ਿਲ੍ਹੇ 'ਚ ਹੈ, ਅਤੇ ਰੋਪੜ ਜ਼ਿਲ੍ਹਾ ਜਿਹੜਾ ਹੈ ਉਹ ਸਤਲੁਜ ਨਦੀ ਦੇ ਕੰਢੇ ਦੇ ਉੱਪਰ ਸਥਿਤ ਹੈਗਾ। ਨੈਕਸਟ ਕੁਐਸਚਨ ਹੈ ਜੀ ਕਾਲੀਬੰਗਾ ਨਗਰ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਜੀ? ਸੋ ਕਾਲੀਬੰਗਾ ਜਿਹੜਾ ਇਹ ਖੇਤਰ ਰਾਜਸਥਾਨ ਦੇ ਵਿੱਚ ਸਥਿਤ ਹੈ, ਅਤੇ ਇਸ ਨਗਰ ਦੀ ਇਹ ਪ੍ਰਸਿੱਧੀ ਸੀਗੀ ਕਿ ਇਸ ਖੇਤਰ ਦੇ ਵਿੱਚ ਬੰਗਾ ਬਣਾਈਆਂ ਜਾਂਦੀਆਂ ਸੀ। ਉਹਦੇ ਆਧਾਰ ਦੇ ਉੱਪਰ ਹੀ ਇਸ ਦਾ ਨਾਮ ਕਾਲੀਬੰਗਾ ਜਿਹੜਾ ਹੈ ਉਹ ਰੱਖ ਦਿੱਤਾ ਗਿਆ ਸੀਗਾ। ਤਾਂ ਇਹ ਰਾਜਸਥਾਨ ਦੇ ਵਿੱਚ ਪੈਂਦਾ ਹੈ। ਨੈਕਸਟ ਕੁਐਸਚਨ ਹੈ ਕਾਲੀਬੰਗਾ ਨਗਰ ਦੀ ਖੋਜ ਕਦੋਂ ਕੀਤੀ ਗਈ? ਤਾਂ ਕਾਲੀਬੰਗਾ ਨਗਰ ਦੀ ਖੋਜ 1953 ਦੇ ਵਿੱਚ ਕੀਤੀ ਗਈ ਸੀਗੀ। ਇਹ ਖੇਤਰ ਰਾਜਸਥਾਨ ਦੇ ਵਿੱਚ ਪੈਂਦਾ ਹੈ। ਕਾਲੀਬੰਗਾ ਦੇ ਕਰਕੇ, ਜਾਂ ਕਹਿ ਸਕਦੇ ਹਾਂ ਬੰਗਾ ਦਾ ਬਣਾਉਣ ਦੇ ਕਰਕੇ ਇਹ ਮਸ਼ਹੂਰ ਸੀ, ਇਸੇ ਕਰਕੇ ਹੀ ਇਸ ਦਾ ਨਾਮ ਕਾਲੀਬੰਗਾ ਨਗਰ ਜਿਹੜਾ ਹੈ ਉਹ ਰੱਖ ਦਿੱਤਾ ਗਿਆ ਸੀਗਾ। ਨੈਕਸਟ ਕੁਐਸਚਨ ਹੈ ਜੀ ਕਾਲੀਬੰਗਾ ਨਗਰ ਦੀ ਖੋਜ ਕਿਸ ਨੇ ਕੀਤੀ ਸੀ? 1953 ਦੇ ਵਿੱਚ ਕੀਤੀ ਸੀ। ਹੁਣ ਇੱਥੇ ਰਾਈਟਰ ਪੁੱਛਿਆ ਗਿਆ ਹੈ ਜੀ ਇਹ ਘੋਸ਼ ਦੇ ਦੁਆਰਾ ਜਿਹੜਾ ਹੈ ਕਾਲੀਬੰਗਾ ਨਗਰ ਦੀ ਖੋਜ ਕੀਤੀ ਗਈ ਸੀਗੀ। ਨੈਕਸਟ ਕੁਐਸਚਨ ਹੈ ਜੀ ਲੋਥਲ ਨਗਰ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਜੀ? ਸੋ ਲੋਥਲ ਨਗਰ ਜਿਹੜਾ ਹੈ ਇਹ ਗੁਜਰਾਤ ਰਾਜ ਦੇ ਵਿੱਚ ਪੈਂਦਾ ਹੈਗਾ ਲੋਥਲ ਵਾਲਾ, ਓਕੇ। ਲੋਥਲ ਨਗਰ ਗੁਜਰਾਤ ਰਾਜ ਦੇ ਵਿੱਚ ਪੈਂਦਾ ਹੈ, ਸੋ ਇਹ ਪ੍ਰਮੁੱਖ ਹੈ, ਯਾਦ ਰੱਖ ਲੈਣਾ ਬਈ। ਨੈਕਸਟ ਹੈ ਜੀ ਲੋਥਲ ਨਗਰ ਦੀ ਖੋਜ SR ਰਾਓ ਨੇ ਕੀਤੀ। ਕਦੋਂ ਕੀਤੀ ਹੈ ਖੋਜ? ਸੋ ਰਾਈਟ ਇਸ ਦਾ ਆਨਸਰ 1957। 1957 ਦੇ ਵਿੱਚ ਲੋਥਲ ਨਗਰ ਦੀ ਖੋਜ ਕੀਤੀ ਗਈ ਸੀਗੀ, SR ਰਾਓ ਨੇ ਕੀਤੀ ਸੀਗੀ, ਅਤੇ ਇਹ ਖੇਤਰ ਜਿਹੜਾ ਹੈ ਗੁਜਰਾਤ ਦੇ ਵਿੱਚ ਪੈਂਦਾ ਹੈ। ਇਹ ਖੇਤਰ ਗੁਜਰਾਤ ਰਾਜ ਦੇ ਵਿੱਚ ਪੈਂਦਾ ਹੈ। ਨੈਕਸਟ ਹੈ ਜੀ ਮਣਕੇ ਬਣਾਉਣ ਦਾ ਕਾਰਖਾਨਾ ਕਿਹੜੇ ਸਥਾਨ ਤੋਂ ਪ੍ਰਾਪਤ ਹੋਇਆ ਸੀਗਾ? ਤਾਂ ਮਣਕੇ ਬਣਾਉਣ ਦਾ ਜਿਹੜਾ ਕਾਰਖਾਨਾ ਸੀ ਇਹ ਪ੍ਰਾਪਤ ਹੋਇਆ ਸੀ ਲੋਥਲ ਤੋਂ, ਜਿਹੜਾ ਕਿ ਗੁਜਰਾਤ ਦੇ ਵਿੱਚ ਸਥਿਤ ਸੀ, ਜਿਸ ਨੂੰ ਕਿ SR ਰਾਓ ਨੇ ਖੋਜਿਆ ਸੀ 1957 ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਆਲਮਗੀਰਪੁਰ ਨਗਰ ਦੀ ਖੋਜ ਕਿਸ ਨੇ ਕੀਤੀ ਸੀ ਜੀ? ਸੋ ਆਲਮਗੀਰਪੁਰ ਨਗਰ ਦੀ ਖੋਜ YD ਸ਼ਰਮਾ ਦੇ ਦੁਆਰਾ ਕੀਤੀ ਗਈ ਸੀ ਜੀ। ਆਲਮਗੀਰਪੁਰ ਨਗਰ ਦੀ ਖੋਜ YD ਸ਼ਰਮਾ ਦੇ ਦੁਆਰਾ ਕੀਤੀ ਗਈ ਸੀਗੀ। ਨੈਕਸਟ ਕੁਐਸਚਨ ਹੈ ਜੀ ਆਲਮਗੀਰਪੁਰ ਨਗਰ ਦੀ ਖੋਜ ਕਦੋਂ ਕੀਤੀ ਗਈ? ਸੋ ਇਸ ਦੀ ਖੋਜ ਜਿਹੜੀ ਹੈ 1958 ਦੇ ਵਿੱਚ ਕੀਤੀ ਗਈ ਸੀਗੀ, YD ਸ਼ਰਮਾ ਦੇ ਦੁਆਰਾ ਕੀਤੀ ਗਈ ਸੀਗੀ, ਅਤੇ 1958 ਦੇ ਵਿੱਚ ਇਸ ਨਗਰ ਦੀ ਖੋਜ ਕੀਤੀ ਗਈ ਸੀਗੀ। ਨੈਕਸਟ ਕੁਐਸਚਨ ਹੈ ਸੰਘੋਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ? ਸੰਘੋਲ ਜਿਹੜਾ ਨਾ ਇਹ ਕਾਫੀ ਇੰਪੋਰਟੈਂਟ ਹੈ, ਕਿਉਂਕਿ ਪੰਜਾਬ ਦੇ ਵਿੱਚ ਹੈ, ਇਸ ਕਰਕੇ ਇਹਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਸੰਘੋਲ ਦੀ।
ਇੱਕ ਕੋਟਲਾ ਨਿਹੰਗਾ ਪੰਜਾਬ ਦੇ ਵਿੱਚ ਆ ਜਾਂਦਾ, ਇੱਕ ਸੰਘੋਲ ਆ ਜਾਂਦਾ ਹੈ। ਤਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ? ਸੋ ਇਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ, ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਠੀਕ ਹੈ। ਵੈਸੇ ਤਾਂ ਇਹ ਲੁਧਿਆਣੇ ਦੇ ਵਿੱਚ ਹੈ ਪੁਰਾਣੇ, ਅਗਰ ਆਪਾਂ ਹਿਸਟਰੀ ਦੇ ਅਕੋਰਡਿੰਗ ਕਰੀਏ, ਬਟ ਜੇਕਰ ਤੁਸੀਂ ਹੁਣ ਫਾਈਂਡ ਕਰੋਗੇ ਨਾ ਇਹਨੂੰ ਕਿ ਸੰਘੋਲ ਕਿੱਥੇ ਪੈਂਦਾ, ਤਾਂ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਪੈ ਜਾਂਦਾ ਹੈ। ਇਹ ਧਿਆਨ ਜਾ ਰੱਖਿਓ, ਠੀਕ ਹੈ, ਕਈ ਵਾਰ ਤੁਹਾਨੂੰ ਨਵਾਂ ਪੁੱਛ ਲੈਂਦੇ ਹੁੰਦੇ ਨੇ। ਵੈਸੇ ਤਾਂ ਇਹ ਪੁਰਾਣੇ ਦੇ ਅਕੋਰਡਿੰਗ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ, ਬਟ ਵਰਤਮਾਨ ਸਮੇਂ ਇਸ ਨੂੰ ਤੁਸੀਂ ਜਿਹੜਾ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਸ਼ੋਅ ਕਰੋਗੇ, ਕਿਉਂਕਿ ਜਦੋਂ ਤੁਸੀਂ ਹੁਣ ਸਰਚ ਮਾਰੋਗੇ ਤਾਂ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਦਿਖਾਈ ਦੇਊਗਾ ਤੁਹਾਨੂੰ, ਠੀਕ ਹੈ। ਅਗਰ ਮੈਂ ਗਲਤ ਨਾ ਹੋਇਆ ਤਾਂ ਚੈੱਕ ਕਰ ਲਿਓ ਫਿਰ ਵੀ ਇਸ ਨੂੰ ਇੱਕ ਵਾਰੀ। ਨੈਕਸਟ ਹੈ ਜੀ, ਸੰਘੋਲ ਨਗਰ ਦੀ ਖੋਜ ਕਦੋਂ ਕੀਤੀ ਗਈ? ਸੰਘੋਲ ਜਿਹੜਾ ਪੰਜਾਬ ਦਾ ਖੇਤਰ ਹੈ ਅਤੇ 1968 ਦੇ ਵਿੱਚ ਇਸ ਨੂੰ ਖੋਜਿਆ ਗਿਆ ਸੀਗਾ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਨੈਕਸਟ ਹੈ ਜੀ, SR ਤਲਵਾੜ ਅਤੇ RS ਬਿਸਟ ਨੇ ਕਿਹੜੇ ਨਗਰ ਦੀ ਖੋਜ ਕੀਤੀ ਸੀਗੀ? ਤਾਂ ਇਹ ਖੋਜ ਕੀਤੀ ਸੀ ਜੀ ਸੰਘੋਲ ਦੀ, ਜਿਹੜਾ ਕਿ ਪੰਜਾਬ ਦੇ ਵਿੱਚ ਹੈ। ਓਕੇ। ਨੈਕਸਟ ਹੈ ਜੀ, ਬਣਾਵਾਲੀ ਖੇਤਰ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਜੀ? ਸੋ ਬਣਾਵਾਲੀ ਜਿਹੜਾ ਹੈ ਉਹ ਹਰਿਆਣਾ ਦੇ ਵਿੱਚ ਸਥਿਤ ਹੈਗਾ ਗਾ। ਓਕੇ, ਤਾਂ ਧਿਆਨ ਰੱਖਣਾ, ਸੰਘੋਲ ਜਿਹੜਾ ਹੈ 1968 ਦੇ ਵਿੱਚ ਖੋਜਿਆ ਗਿਆ ਸੀ। ਦੋ ਵਿਅਕਤੀਆਂ ਨੇ ਖੋਜਿਆ ਸੀ, ਇੱਕ ਐਸ ਤਲਵਾੜ, ਦੂਸਰਾ RS ਬਿਸਟ, ਅਤੇ ਇਸੇ 1968 ਦੇ ਵਿੱਚ ਖੋਜਿਆ ਗਿਆ ਸੀਗਾ ਐਂਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਗਾ। ਨੈਕਸਟ ਹੈ ਬਣਾਵਾਲੀ ਖੇਤਰ। ਇਹ ਖੇਤਰ ਜਿਹੜਾ ਹੈ ਹੜੱਪਾ ਸੱਭਿਅਤਾ ਦੇ ਨਾਲ ਸੰਬੰਧਿਤ ਹੈ, ਇਹ ਹਰਿਆਣਾ ਰਾਜ ਦੇ ਵਿੱਚ ਸਥਿਤ ਹੈ। ਸਾਡੇ ਵਾਲਾ ਨਹੀਂ ਹੈ ਜੋ ਤਲਵੰਡੀ ਦੇ ਵਿੱਚ ਪੈਂਦਾ ਹੈ, ਠੀਕ ਹੈ, ਉਹ ਹੜੱਪਾ ਦੇ ਨਾਲ ਸੰਬੰਧਿਤ ਨਹੀਂ ਹੈਗਾ ਗਾ। ਇਹ ਹੜੱਪਾ ਨਾਲ ਸੰਬੰਧਿਤ ਹੈ, ਇਹ ਹਰਿਆਣੇ ਦੇ ਵਿੱਚ ਪੈਂਦਾ ਹੈ, ਇਹਨੂੰ ਬਣਾਵਾਲੀ ਕਿਹਾ ਜਾਂਦਾ ਹੈਗਾ। ਨੈਕਸਟ ਹੈ ਜੀ 81 ਨੰਬਰ, ਬਣਾਵਾਲੀ ਨਗਰ ਦੀ ਖੋਜ ਕਿਸ ਨੇ ਕੀਤੀ ਸੀਗੀ? ਸੋ ਬਣਾਵਾਲੀ ਨਗਰ ਜਿਹੜਾ ਹੈ ਇਸ ਦੀ ਖੋਜ 1973 ਦੇ ਵਿੱਚ ਕੀਤੀ ਗਈ ਸੀਗੀ, ਠੀਕ ਹੈ, 1973 ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ, ਬਣਾਵਾਲੀ ਨਗਰ ਦੀ ਖੋਜ ਕਿਸ ਨੇ ਕੀਤੀ ਸੀ? ਸੋ ਇਹ ਖੋਜ ਜਿਹੜੀ ਹੈ RS ਬਿਸਟ ਦੇ ਦੁਆਰਾ ਕੀਤੀ ਗਈ ਸੀਗੀ। ਓਕੇ, ਬਣਾਵਾਲੀ ਨਗਰ ਕਿੱਥੇ ਹੈ ਜੀ? ਹਰਿਆਣੇ ਦੇ ਵਿੱਚ ਹੈ, 1973 ਦੇ ਵਿੱਚ ਖੋਜਿਆ ਗਿਆ ਸੀਗਾ, RS ਬਿਸਟ ਨੇ ਇਸ ਦੀ ਖੋਜ ਕੀਤੀ ਸੀਗੀ। ਨੈਕਸਟ ਕੁਐਸਚਨ ਹੈ ਜੀ, ਵਿਸ਼ਾਲ ਇਸ਼ਨਾਨ ਘਰ ਕਿੱਥੇ ਹੈ ਜੀ, ਜਾਂ ਕਿੱਥੋਂ ਮਿਲਿਆ ਹੈ? ਮੋਹਨਜੋਦੜੋ ਤੋਂ ਮਿਲਿਆ ਹੈ, ਸੋ ਸ਼ਾਇਦ ਇਹ ਰਿਪੀਟ ਹੋ ਗਿਆ ਹੈ। ਓਕੇ, ਨੈਕਸਟ ਹੈ ਜੀ, ਸਿੱਧ ਘਾਟੀ ਦੀ ਸਭਿਅਤਾ ਕਿਸ ਦੀ ਉਪਜ ਲਈ ਵਿਸ਼ਵ ਪ੍ਰਸਿੱਧ ਸੀ? ਮੀਨਜ਼ ਕਿ ਕਿਹੜੀ ਚੀਜ਼ ਦੇ ਲਈ ਇਹ ਸੰਸਾਰ ਦੇ ਵਿੱਚ ਪ੍ਰਸਿੱਧ ਸੀ? ਉਪਜ ਦੀ ਗੱਲ ਕੀਤੀ ਹੈ, ਪ੍ਰੋਡਕਸ਼ਨ ਦੀ ਗੱਲ ਕੀਤੀ ਗਈ ਹੈ। ਤਾਂ ਸਿੱਧ ਘਾਟੀ ਦੀ ਸਭਿਅਤਾ ਸੀ ਜਿਹੜੀ ਉਹ ਪ੍ਰਸਿੱਧ ਸੀ ਕਪਾਹ ਦੀ ਖੇਤੀ ਦੇ ਲਈ, ਕਿਉਂਕਿ ਇੱਥੇ ਸਭ ਤੋਂ ਵੱਧ ਜਿਹੜੀ ਹੈ ਉਹ ਕਪਾਹ ਉਗਾਈ ਜਾਂਦੀ ਸੀਗੀ। ਓਕੇ, ਇਹੀ ਕਪਾਹ ਜਿਹੜੀ ਹੈ ਇਹ ਤੋਂ ਸੂਤੀ ਕੱਪੜੇ ਬਣਾ ਕੇ ਜਿਹੜਾ ਹੈ ਬਾਕੀ ਦੇ ਜਿਹੜੀਆਂ ਕਹਿ ਸਕਦੇ ਹਾਂ ਸਭਿਅਤਾ ਨੂੰ ਭੇਜੇ ਜਾਂਦੇ ਸੀਗੇ, ਜੋ ਅੱਗੇ ਆਪਾਂ ਗੱਲ ਕਰਾਂਗੇ। ਨੈਕਸਟ ਹੈ ਜੀ, ਸਿੱਧ ਘਾਟੀ ਦੀ ਸਭਿਅਤਾ ਦਾ ਵਪਾਰ ਕਿਹੜੇ ਦੇਸ਼ਾਂ ਦੇ ਨਾਲ ਸੀਗਾ ਜੀ? ਸੋ ਸੁਮੇਰ ਦੇ ਨਾਲ ਸੀਗਾ ਜੀ, ਮਿਸਰ ਦੇ ਨਾਲ ਸੀ, ਤੇ ਮੈਸੋਪੋਟਾਮੀਆ ਦੇ ਨਾਲ ਸੀ। ਇਹਨਾਂ ਤਿੰਨ ਸਭਿਅਤਾਵਾਂ ਦੇ ਨਾਲ ਜਿਹੜਾ ਹੈ ਇਸ ਦਾ ਵਪਾਰ ਸੀਗਾ, ਅਤੇ ਮੋਸਟਲੀ ਜਿਹੜਾ ਹੈ ਕਪਾਹ ਤੋਂ ਬਣੇ ਜਿਹੜੇ ਕਹਿ ਸਕਦੇ ਹਾਂ ਸੂਤੀ ਕੱਪੜੇ ਹੁੰਦੇ ਸੀ ਉਹ ਇਹਨਾਂ ਦੇਸ਼ਾਂ ਨੂੰ ਭੇਜੇ ਜਾਂਦੇ ਸੀਗੇ। ਨੈਕਸਟ ਹੈ ਜੀ, ਸਿੱਧ ਘਾਟੀ ਦੀ ਸਭਿਅਤਾ ਦੇ ਲੋਕ ਆਯਾਤ ਕਰਦੇ ਸਨ। ਆਯਾਤ ਮਤਲਬ ਕਿ ਪ੍ਰਾਪਤ ਕੀ ਕਰਦੇ ਸੀ ਉਹਨਾਂ ਤੋਂ? ਵਿਦੇਸ਼ਾਂ ਤੋਂ। ਤਾਂ ਇਹਨਾਂ ਤੋਂ ਉਹ ਪ੍ਰਾਪਤ ਕਰਦੇ ਸੀ ਜੀ ਸੋਨਾ, ਹੀਰੇ ਜਵਾਹਰਾਤ, ਠੀਕ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿੰਦੇ ਮਹਿੰਗੀਆਂ ਚੀਜ਼ਾਂ ਸੀ ਉਹ ਉਹਨਾਂ ਤੋਂ ਖਰੀਦਦੇ ਹੁੰਦੇ ਸੀਗੇ, ਆਯਾਤ ਕਰਦੇ ਹੁੰਦੇ ਸੀਗੇ। ਸੋ ਜੇ ਕੁਐਸਚਨ ਇਹ ਆ ਗਿਆ ਕਿ ਸਿੱਧ ਘਾਟੀ ਦੀ ਸਭਿਅਤਾ ਦੇ ਲੋਕ ਨਿਰਯਾਤ ਕੀ ਕਰਦੇ ਸੀ, ਤਾਂ ਇਹਦੇ ਵਿੱਚ ਇੱਕੋ ਇੱਕ ਮੇਨ ਪ੍ਰਸਿੱਧ ਜਿਹੜਾ ਕਹਿੰਦੇ ਆ ਨਾ ਸਾਧਨ ਹੈ ਉਹ ਹੈ ਸੂਤੀ ਕੱਪੜਾ। ਇਹਦੇ ਵਿੱਚ ਕਾਟਨ ਹੀ ਜਿਹੜੀ ਪ੍ਰਮੁੱਖ ਰੋਲ ਅਦਾ ਕਰਦੀ ਹੈਗੀ ਹੈ। ਇਹ ਸੂਤੀ ਕੱਪੜਾ ਬਣਾ ਕੇ ਜਿਹੜਾ ਹੈ ਇਹਨਾਂ ਤਿੰਨ ਦੇਸ਼ਾਂ ਦੇ ਨਾਲ ਆਪਣੇ ਜਿਹੜੇ ਹੈ ਵਪਾਰ ਨੂੰ ਬਣਾਈ ਰੱਖਦੇ ਸੀਗੇ। ਨੈਕਸਟ ਕੁਐਸਚਨ ਹੈ ਜੀ, ਸਿੱਧ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਮਾਲ ਢੋਣ ਦੇ ਲਈ ਪ੍ਰਯੋਗ ਕਰਦੇ ਸੀ ਜੀ ਕਿਸ ਦਾ ਜੀ? ਗੱਡੀ ਦਾ ਜਾਂ ਕਿਸ ਚੀਜ਼ ਦਾ? ਤਾਂ ਮਾਲ ਢੋਣ ਦੇ ਲਈ ਪ੍ਰਯੋਗ ਕਰਦੇ ਸੀ ਜੀ ਉਹ ਬੈਲ ਗੱਡੀ ਦਾ। ਬੈਲ ਗੱਡੀਆਂ ਨੂੰ ਜਿਹੜਾ ਹੈ ਉਹ ਇਸਤੇਮਾਲ ਕਰਦੇ ਸੀ ਤਾਂ ਕਿ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਇਆ ਜਾ ਸਕੇ। ਨੈਕਸਟ ਕੁਐਸਚਨ ਹੈ ਜੀ, ਹੜੱਪਾ ਸਭਿਅਤਾ ਦੇ ਲੋਕ ਕਿਸ ਦੇਵਤੇ ਦੀ ਪੂਜਾ ਕਰਦੇ ਸੀਗੇ ਜੀ? ਤਾਂ ਹੜੱਪਾ ਸਭਿਅਤਾ ਦੇ ਜਿਹੜੇ ਲੋਕ ਸੀ ਉਹ ਪੂਜਾ ਕਰਦੇ ਸੀ ਜੀ ਜੋਗੇਸ਼ਵਰ ਦੀ, ਠੀਕ ਹੈ, ਜਿਹਦੇ ਤਿੰਨ ਸ਼ੇਰ ਵਾਲੇ ਜਿਹੜੇ ਮੂੰਹ ਉਹ ਦਿਖਾਏ ਗਏ ਹੈ ਨੇਗੇ। ਤਾਂ ਜੋਗੇਸ਼ਵਰ ਜਿਹੜਾ ਹੈ ਇਹਨੂੰ ਸ਼ਿਵ ਵੀ ਕਿਹਾ ਜਾਂਦਾ ਹੈ। ਕਈ ਵਾਰ ਤੁਹਾਨੂੰ ਹੋ ਸਕਦਾ ਕਿ ਉਹ ਸ਼ਿਵ ਵਾਲਾ ਪੁੱਛ ਲੈਣ, ਇਹ ਦੇਵਤਾ ਹੀ ਉਹਨਾਂ ਦਾ, ਠੀਕ ਹੈ। ਸ਼ਿਵ ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ, ਉਹਨਾਂ ਦੇ ਜਿਹੜਾ ਅਕੋਰਡਿੰਗ ਦੇਖੀ ਤਾਂ ਉਹ ਜੋਗੇਸ਼ਵਰ ਬਣਦਾ ਹੈ, ਬਟ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸ਼ਿਵ ਦੀ ਫੋਟੋ ਹੈ, ਇਸ ਕਰਕੇ ਕਈ ਵਾਰ ਸ਼ਿਵ ਵੀ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ, ਹੜੱਪਾ ਸਭਿਅਤਾ ਦੇ ਲੋਕ ਕਿਹੜੇ ਪਸ਼ੂ ਦੀ ਪੂਜਾ ਨਹੀਂ ਕਰਦੇ ਸੀਗੇ? ਕਰਦੇ ਸੀ, ਬਸ ਇਸ ਤੇ ਪੁੱਛਿਆ ਹੈ, ਠੀਕ ਹੈ, ਨਹੀਂ ਵਾਲਾ ਨਹੀਂ ਹੋਊਗਾ, ਚ ਧਿਆਨ ਰੱਖਣਾ। ਤਾਂ ਹੜੱਪਾ ਸਭਿਅਤਾ ਦੇ ਲੋਕ ਕਿਹੜੇ ਪਸ਼ੂ ਦੀ ਪੂਜਾ ਕਰਦੇ ਸੀ ਜੀ? ਹਾਥੀ ਦੀ ਕਰਦੇ ਸੀ, ਗੈਂਡ ਦੀ ਕਰਦੇ ਸੀ, ਝੋਟੇ ਦੀ ਕਰਦੇ ਸੀ, ਕਿਉਂਕਿ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਜਾਂ ਕਹਿ ਸਕਦੇ ਹਨ ਚਿੱਤਰਕਾਰੀ ਜਿਹੜੀ ਹੈ ਇਹਨਾਂ ਦੀ ਦੇਖਣ ਨੂੰ ਮਿਲਦੀ ਹੈ, ਜਿਵੇਂ ਕਿ ਉੱਥੋਂ ਦੀਆਂ ਮੋਹਰਾਂ ਹੋ ਗਈਆਂ ਜਾਂ ਬਹੁਤ ਸਾਰੀਆਂ ਦੀਵਾਰਾਂ ਹੋ ਗਈਆਂ ਜਾਂ ਘਰਾਂ ਦੇ ਵਿੱਚ ਆਮ ਦੇਖਣ ਨੂੰ ਮਿਲਦੇ ਨੇ। ਇਹਦਾ ਸਬੂਤ ਹੈ ਕਿ ਇਹ ਇਹਨਾਂ ਚੀਜ਼ਾਂ ਦੀ ਪੂਜਾ ਕਰਦੇ ਹੁੰਦੇ ਸੀਗੇ। ਓਕੇ, ਸੋ ਇੱਥੇ ਇਹ ਨਹੀਂ ਵਾਲਾ ਜਿਹੜਾ ਬਾਈ ਮਿਸਟੇਕ ਟਾਈਪ ਹੋ ਗਿਆ ਹੈ। ਨੈਕਸਟ ਹੈ ਜੀ,
91 ਨੰਬਰ, ਹੜੱਪਾ ਸੱਭਿਅਤਾ ਦੇ ਲੋਕ ਕਿਹੜੇ ਰੁੱਖ ਦੀ ਪੂਜਾ ਕਰਦੇ ਸੀਗੇ ਜੀ? ਤਾਂ ਹੜੱਪਾ ਸੱਭਿਅਤਾ ਦੇ ਜਿਹੜੇ ਲੋਕ ਸੀ ਉਹ ਪਿੱਪਲ ਦੀ ਪੂਜਾ ਕਰਦੇ ਸੀਗੇ। ਇਹ ਮੋਸਟ ਇੰਪੋਰਟੈਂਟ ਹੈ, ਰੁੱਖ ਦੀ ਗੱਲ ਕੀਤੀ ਜਾਵੇ ਤਾਂ ਪਿੱਪਲ ਦੀ ਪੂਜਾ ਕਰਦੇ ਸੀਗੇ। ਨੈਕਸਟ ਕੁਐਸਚਨ ਹੈ, ਹੜੱਪਾ ਸੱਭਿਅਤਾ ਦੇ ਲੋਕ ਕਿਹੜੇ ਪੰਛੀ ਦੀ ਪੂਜਾ ਕਰਦੇ ਸੀਗੇ ਜੀ? ਤਾਂ ਪੰਛੀ ਵੀ ਇਹਦੇ ਵਿੱਚ ਐਡ ਹੈ ਜੀ। ਠੀਕ ਹੈ, ਅਗਰ ਦਰਖਤ ਪੁੱਛ ਲਿਆ ਹੈ, ਰੁੱਖ ਪੁੱਛ ਲਿਆ ਹੈ ਤਾਂ ਪਿੱਪਲ ਹੈ, ਅਗਰ ਪੰਛੀ ਪੁੱਛ ਲਿਆ ਹੈ ਤਾਂ ਘੁੱਗੀ ਜਿਹੜੀ ਹੈ ਇਹਦੀ ਉਹ ਪੂਜਾ ਕਰਦੇ ਹੁੰਦੇ ਸੀਗੇ। ਘੁੱਗੀ ਇੱਕ ਮਾਤਰ ਪੰਛੀ ਸੀਗਾ ਉੱਥੇ। ਨੈਕਸਟ ਹੈ ਜੀ, ਹੜੱਪਾ ਸੱਭਿਅਤਾ ਦੇ ਲੋਕ ਕੀ ਖੇਡਣਾ ਪਸੰਦ ਕਰਦੇ ਸੀ? ਇਹ ਕੁਐਸਚਨ ਨਾ ਕਾਫੀ ਵਾਰ ਰਿਪੀਟ ਹੋਇਆ ਬਹੁਤ ਸਾਰੇ ਪੇਪਰਾਂ ਦੇ ਵਿੱਚ। ਤਾਂ ਸਭ ਤੋਂ ਵੱਧ ਪਸੰਦ ਕਰਦੇ ਸੀਗੇ ਉਹ ਸ਼ਤਰੰਜ ਖੇਡਣਾ। ਸ਼ਤਰੰਜ ਖੇਡਣਾ ਜਿਹੜਾ ਹੈ ਉਹਨਾਂ ਨੂੰ ਸਭ ਤੋਂ ਵੱਧ ਪਸੰਦ ਸੀਗਾ। ਇਸ ਤੋਂ ਇਲਾਵਾ ਸ਼ਿਕਾਰ ਸ਼ੁਕੂਰ ਵੀ ਕਰਦੇ ਸੀਗੇ, ਹੋਰ ਵੀ ਬਹੁਤ ਸਾਰੀਆਂ ਖੇਡਾਂ ਸੀ, ਬਟ ਸ਼ਤਰੰਜ ਨੂੰ ਸਭ ਤੋਂ ਵੱਧ ਪਸੰਦ ਕਰਦੇ ਸੀਗੇ ਉਹ। ਨੈਕਸਟ ਹੈ, ਸਿੱਧ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਮੁਰਦਿਆਂ ਦਾ ਸੰਸਕਾਰ ਕਿੰਨੇ ਤਰੀਕਿਆਂ ਦੇ ਨਾਲ ਕਰਦੇ ਸੀਗੇ? ਤਾਂ 3 ਤਰੀਕਿਆਂ ਦੇ ਨਾਲ ਕਰਦੇ ਸੀਗੇ। ਇੱਕ, ਜਾਂ ਤਾਂ ਉਹ ਜਿਹੜਾ ਕਹਿ ਸਕਦੇ ਮ੍ਰਿਤਕ ਸੀ ਉਹਨੂੰ ਅੱਗ ਲਾ ਕੇ, ਠੀਕ ਹੈ, ਸਵਾਹ ਨੂੰ ਬਾਅਦ ਜਿਹੜਾ ਅੱਗ ਲਾ ਕੇ ਬਾਅਦ ਦੇ ਵਿੱਚ ਜਿਹੜੀ ਸਵਾਹ ਹੁੰਦੀ ਸੀ ਉਹਨੂੰ ਬਚਾ ਕੇ ਜਿਹੜਾ ਕਹਿ ਸਕਦੇ ਹਨ ਇੱਕ ਕੁੱਜੇ ਦੇ ਵਿੱਚ ਪਾ ਕੇ ਦਫਨਾ ਦਿੱਤਾ ਜਾਂਦਾ ਸੀਗਾ। ਜਾਂ ਫਿਰ ਜਿਹੜਾ ਕਹਿ ਸਕਦੇ ਹੈਗੇ ਕਿ ਮੁਰਦੇ ਨੂੰ ਉਹ ਸਿੱਧਾ ਜੰਗਲ ਸਿੱਟ ਦਿੰਦੇ ਸੀਗੇ ਜੰਗਲਾਂ ਦੇ ਵਿੱਚ, ਉੱਥੋਂ ਜਦੋਂ ਖਾ ਜਾਂਦੇ ਸੀ ਤਾਂ ਉਹਦੇ ਹੱਡ ਰਹਿ ਜਾਂਦੇ ਸੀ ਇਕੱਲੇ, ਤਾਂ ਉਹਨੂੰ ਇਕੱਠੇ ਨੂੰ ਕਰਕੇ ਜਿਹੜਾ ਉਹਨੂੰ ਵੀ ਦਬਾ ਦਿੱਤਾ ਜਾਂਦਾ ਸੀਗਾ। ਇੱਕ ਤੀਸਰਾ ਢੰਗ ਸੀ ਜਿਹਦੇ ਵਿੱਚ ਉਹ ਮੁਰਦਿਆਂ ਨੂੰ ਦਫਨਾ ਦਿੰਦੇ ਸੀਗੇ। ਠੀਕ ਹੈ, ਤਾਂ 3 ਤਰੀਕੇ ਸੀਗੇ ਉਹਨਾਂ ਦੇ ਨਾਲ ਉਸ ਨੂੰ ਜਿਹੜਾ ਉਹ ਸੰਸਕਾਰ ਕਰਦੇ ਹੁੰਦੇ ਸੀ। ਨੈਕਸਟ ਹੈ, ਇੱਕ ਦਾੜੀ ਵਾਲੇ ਪੁਰਸ਼ ਦੀ ਮੂਰਤੀ ਕਿਹੜੇ ਸਥਾਨ ਤੋਂ ਪ੍ਰਾਪਤ ਹੋਈ ਹੈ? ਤਾਂ ਇਹ ਸਥਾਨ ਹੈ ਮਹੰਜੋਦੜੋ। ਠੀਕ ਹੈ, ਧਿਆਨ ਰੱਖਣਾ ਵੀ 3 ਚੀਜ਼ਾਂ ਨੇ, ਇੱਕ ਤਾਂ ਵਿਸ਼ਾਲ ਇਸ਼ਨਾਨ ਘਰ ਹੋ ਗਿਆ, ਠੀਕ ਹੈ, ਇੱਕ ਦਾੜੀ ਵਾਲੇ ਪੁਰਸ਼ ਦੀ ਮੂਰਤੀ ਹੋਗੀ, ਇੱਕ ਕਾਸੇ ਦੀ ਨਰਤਕੀ ਦੀ ਮੂਰਤੀ ਹੋਗੀ। ਇਹ ਤਿੰਨੇ ਪ੍ਰਮੁੱਖ ਚੀਜ਼ਾਂ ਜਿਹੜੀਆਂ ਇਹ ਮਹੰਜੋਦੜੋ ਵਿਖੇ ਤੋਂ ਹੀ ਮਿਲੀਆਂ ਨੇਗੀਆਂ। ਨੈਕਸਟ ਕੁਐਸਚਨ ਹੈ ਜੀ 96 ਨੰਬਰ, ਦਾੜੀ ਵਾਲੇ ਪੁਰਸ਼ ਦੀ ਮੂਰਤੀ ਦੀ ਉਚਾਈ ਕਿੰਨੀ ਹੈਗੀ? ਸੋ ਇਸ ਪੁਰਸ਼ ਦੀ ਜਿਹੜੀ ਮੂਰਤੀ ਦੀ ਉਚਾਈ ਹੈ ਉਹ 17.5 ਸੈਂਟੀਮੀਟਰ ਹੈ। ਇੱਥੇ ਇਹਨਾਂ ਦਾ ਆਰਟ ਦੇਖਣ ਨੂੰ ਮਿਲਦਾ ਹੈ ਕਿ ਇਸ ਮੂਰਤੀ ਦੇ ਵਿੱਚ ਜਿਹੜਾ ਇਹ ਦਾੜੀ ਦੇ ਉੱਪਰ ਹੈ ਨਾ, ਜਿਵੇਂ ਦਾੜੀ ਹੁੰਦੀ ਹੈ ਬਿਲਕੁਲ ਸੇਮ ਦਿਖਾਈ ਗਈ ਹੈ ਕਿ ਦਾੜੀ ਇਸ ਤਰ੍ਹਾਂ ਦੀ ਜਿਵੇਂ ਵੈਸੇ ਓਰੀਜਨਲ ਪਿਕਚਰ ਦੇ ਵਿੱਚ ਹੁੰਦੀ ਹੈਗੀ ਆ। ਇਸ ਤੋਂ ਇਲਾਵਾ ਇਹਦਾ ਇੱਕ ਉੱਪਰ ਨਾ ਸ਼ਾਲ ਲੈਤਾ ਹੋਇਆ ਹੈ, ਠੀਕ ਹੈ, ਸ਼ਾਲ ਲੈਤਾ ਹੋਇਆ ਅਤੇ ਉਹਦੇ ਉੱਪਰ ਨਾ ਇਸ ਤਰੀਕੇ ਦੀਆਂ ਜਿਹੜੀਆਂ ਫੋਟੋਜ਼ ਯਾਨੀ ਕਿ ਫੁੱਲ ਬਣਿਆ ਹੋਇਆ ਜਿਹਦੇ ਵਿੱਚ 3 ਪੱਤੀਆਂ ਸ਼ੋਅ ਕੀਤੀਆਂ ਹੋਈਆਂ ਨੇ, ਜੋ ਕਿ ਇਹ ਲੱਗਦਾ ਕਿ ਬਿਲਕੁਲ ਜਿਵੇਂ ਐਕਚੁਅਲ ਦੀ ਇਹ ਮੂਰਤੀ ਹੁੰਦੀ ਹੈਗੀ। ਇਹਨਾਂ ਦੀ ਚਿੱਤਰਕਾਰੀ ਨੂੰ ਜਿਹੜਾ ਹੈ ਪੇਸ਼ ਕਰਦੀ ਹੈ। ਨੈਕਸਟ ਹੈ ਜੀ, ਕਾਸੇ ਦੀ ਨਰਤਕੀ ਦੀ ਮੂਰਤੀ ਕਿਸ ਸਥਾਨ ਤੋਂ ਪ੍ਰਾਪਤ ਹੋਈ ਹੈ? ਮਹੰਜੋਦੜੋ ਤੋਂ। ਇਹ ਵੀ ਸ਼ਾਇਦ ਰਿਪੀਟ ਹੋ ਗਿਆ ਹੈ। ਨੈਕਸਟ ਹੈ ਜੀ, ਮਹੰਜੋਦੜੋ ਸਥਾਨ ਤੋਂ ਕਿੰਨੀਆਂ ਮੋਹਰਾਂ ਮਿਲੀਆਂ ਹੈਗੀਆਂ ਨੇ? ਤਾਂ ਟੋਟਲ ਉੱਥੋਂ 1200 ਦੇ ਕਰੀਬ ਮੂਰਤੀਆਂ ਜਿਹੜੀਆਂ ਉਹ ਪ੍ਰਾਪਤ ਹੋਈਆਂ ਨੇ ਮਹੰਜੋਦੜੋ ਵਿਖੇ। ਨੈਕਸਟ ਕੁਐਸਚਨ ਹੈ, ਹੜੱਪਾ ਸੱਭਿਅਤਾ ਦੀਆਂ ਮੋਹਰਾਂ ਉੱਪਰੋਂ ਕਿਸ ਦੀਆਂ ਤਸਵੀਰਾਂ ਬਣੀਆਂ ਹੋਈਆਂ ਸੀਗੀਆਂ? ਤਾਂ 1200 ਜਿਹੜੀਆਂ ਮੋਹਰਾਂ ਮਹੰਜੋਦੜੋ ਵਿਖੇ ਮਿਲੀਆਂ ਨੇ, ਹਾਲਾਂਕਿ ਬਹੁਤ ਸਾਰੀਆਂ ਹੋਰ ਵੀ ਸੀਗੀਆਂ, ਬਟ ਇਹਨਾਂ ਸਾਰੀਆਂ ਮੋਹਰਾਂ ਦੇ ਉੱਪਰ ਮਨੁੱਖ ਦੀ, ਪਸ਼ੂਆਂ ਦੀ ਅਤੇ ਰੁੱਖਾਂ ਦੀ ਜਿਹੜੀ ਹੈ ਤਸਵੀਰਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਨੈਕਸਟ ਕੁਐਸਚਨ ਹੈ, ਸਿੱਧ ਘਾਟੀ ਦੀ ਸੱਭਿਅਤਾ ਦੀ ਲਿਪੀ ਕਿਹੜੀ ਸੀਗੀ? ਸੋ ਲਿਪੀ ਵੀ ਬਹੁਤ ਇੰਪੋਰਟੈਂਟ ਹੈ ਜੀ। ਸੋ ਇਹਨਾਂ ਦੀ ਜਿਹੜੀ ਲਿਪੀ ਸੀ ਉਹ ਚਿੱਤਰਮਈ ਸੀਗੀ, ਇਹ ਚਿੱਤਰਾਂ ਦੇ ਵਿੱਚ ਲਿਖਦੇ ਸੀਗੇ, ਮੀਨਜ਼ ਕਿ ਉਸੇ ਨੂੰ ਹੀ ਪੜ੍ਹਦੇ ਸੀ, ਬਟ ਇਹ ਇੱਕ ਇਹੋ ਜਿਹੀ ਲਿਪੀ ਹੈ ਜਿਹੜੀ ਕਿ ਹੁਣ ਤੱਕ ਨਹੀਂ ਪੜ੍ਹੀ ਗਈ। ਸੋ ਜੇਕਰ ਇਹ ਪੜ੍ਹ ਲੈਂਦਾ ਹੈ ਭਾਰਤ ਜਾਂ ਕੋਈ ਵੀ ਦੇਸ਼ ਤਾਂ ਅਸੀਂ ਪੁਰਾਣੀਆਂ ਸੱਭਿਅਤਾਵਾਂ ਦੇ ਬਹੁਤ ਸਾਰੇ ਜਿਹੜੇ ਰਾਜ ਨੇ ਉਹਨਾਂ ਨੂੰ ਹਾਸਲ ਕਰ ਲਵਾਂਗੇ, ਬਟ ਇਹ ਹਾਲੇ ਤੱਕ ਨਹੀਂ ਪੜ੍ਹੀ ਗਈ। ਨੈਕਸਟ ਕੁਐਸਚਨ ਹੈ ਜੀ, ਸਿੱਧ ਘਾਟੀ ਦੀ ਸੱਭਿਅਤਾ ਦੇ ਲਿਪੀ ਦੇ ਕਿੰਨੇ ਵਰਣ ਨੇਗੇ? ਵਰਣ ਦੀ ਗੱਲ ਕੀਤੀ ਗਈ ਹੈ ਤਾਂ ਚਿੱਤਰਮਈ ਲਿਪੀ ਸੀਗੀ ਜਿਹਦੇ ਵਿੱਚ 270 ਵਰਣ ਜਿਹੜੇ ਹੈ ਉਹ ਸ਼ਾਮਲ ਨੇਗੇ, 270 ਵਰਣ। ਨੈਕਸਟ ਕੁਐਸਚਨ ਹੈ ਜੀ, ਸਿੱਧ ਘਾਟੀ ਦੀ ਸੱਭਿਅਤਾ ਦੀ ਲਿਪੀ ਲਿਖੀ ਜਾਂਦੀ ਸੀਗੀ ਕਿਹੜੀ ਦਿਸ਼ਾ ਦੇ ਵਿੱਚ ਲਿਖੀ ਜਾਂਦੀ ਹੈ ਜੀ? ਸੋ ਨਾਰਮਲ ਸਾਡੀ ਭਾਸ਼ਾ ਜਿਹੜੀ ਹੈ ਉਹ ਅਸੀਂ ਲਿਖਦੇ ਹਾਂ ਖੱਬੇ ਤੋਂ ਸੱਜੇ, ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਇੱਧਰ ਨੂੰ ਮੂਵ ਕਰਦੇ ਹਾਂ, ਬਟ ਸਿੱਧ ਘਾਟੀ ਦੀ ਸੱਭਿਅਤਾ ਜਿਹੜੀ ਲਿਪੀ ਸੀ ਚਿੱਤਰਮਈ ਸੀਗੀ ਇਹ ਲਿਖੀ ਜਾਂਦੀ ਸੀਗੀ ਖੱਬੇ ਤੋਂ ਸੱਜੇ ਨੂੰ, ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਸੀਗੀ। ਨੈਕਸਟ ਹੈ ਜੀ, ਹੜੱਪਾ ਸੱਭਿਅਤਾ ਦੇ ਪਤਨ ਦੇ ਕਾਰਨ ਕੀ ਹੈ? ਤਾਂ ਹੜੱਪਾ ਸੱਭਿਅਤਾ ਦੇ ਪਤਨ ਦੇ ਕਾਫੀ ਸਾਰੇ ਕਾਰਨ ਜਿਹੜੇ ਉਹ ਦੱਸੇ ਜਾਂਦੇ ਹੈਗੇ ਨੇਗੇ, ਜਿਨ੍ਹਾਂ ਦੇ ਵਿੱਚ ਆਰੀਆ ਸਭ ਦੇ ਹਮਲੇ ਜਿਹੜੇ ਹੈ ਉਹ ਹੈਗਾ ਗਾ ਜਿਹਦੇ ਕਾਰਨ ਕਰਕੇ ਇਹ ਲੋਕ ਉਸ ਇਲਾਕੇ ਨੂੰ ਖਾਲੀ ਕਰ ਗਏ ਸੀਗੇ। ਔਰ ਦੂਸਰਾ ਹੈ ਕਿ ਇੱਥੇ ਬਹੁਤ ਸਾਰੇ ਜਿਹੜੇ ਹੜ੍ਹ ਆਏ ਸੀਗੇ, ਠੀਕ ਹੈ, ਕਿਹੜੀ ਨਦੀ ਦੇ ਵਿੱਚ? ਸਿੰਧ ਨਦੀ ਦੇ ਵਿੱਚ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਵਿੱਚ, ਜਿਹਦੇ ਕਰਕੇ ਇੱਥੋਂ ਦੇ ਲੋਕ ਜਿਹੜੇ ਹੈ ਨਾ ਉਹ ਦੂਸਰੇ ਸਥਾਨ 'ਤੇ ਮੂਵ ਹੋ ਗਏ ਅਤੇ ਕੁਛ ਮਰ ਗਏ ਸੀਗੇ। ਅਤੇ ਤੀਸਰਾ ਇੱਕ ਭੂਚਾਲ, ਕਿ ਇੱਥੇ ਬਹੁਤ ਸਾਰੇ ਭੂਚਾਲ ਆ ਗਏ ਸੀਗੇ, ਇਹ ਵੀ ਮੰਨਿਆ ਜਾਂਦਾ ਹੈ। ਇੱਕ ਹੋਰ ਫੈਕਟਰ ਵੀ ਹੈ ਕਿ ਇਸ ਸਥਾਨ ਦੇ ਵਿੱਚ ਮਹਾਂਮਾਰੀ ਜਿਹੜੀ ਫੈਲ ਗਈ ਸੀਗੀ, ਠੀਕ ਹੈ, ਚੇਚਕ ਅਤੇ ਜਿਹੜਾ ਕਹਿੰਦੇ ਹੈਜਾ ਵਰਗੀਆਂ ਬਿਮਾਰੀਆਂ ਫੈਲ ਗਈਆਂ ਸੀ, ਜਿਹਦੇ ਕਰਕੇ ਲੋਕ ਜਿਹੜੇ ਹੈ ਉਹ ਮਰਨੇ ਸ਼ੁਰੂ ਹੋ ਗਏ ਸੀ। ਫਿਰ ਇਸ ਥਾਂ ਤੋਂ ਚੱਲ ਕੇ ਦੂਜੀ ਸਥਾਨ ਦੇ ਉੱਪਰ ਚਲੇ ਗਏ ਸੀਗੇ। ਨੈਕਸਟ ਹੈ, ਸਿੱਧ ਘਾਟੀ ਦੀ ਸੱਭਿਅਤਾ ਦੇ ਲੋਕ ਕਿਹੜੇ ਪਸ਼ੂ ਤੋਂ ਜਾਣੂ ਨਹੀਂ ਸੀਗੇ? ਤਾਂ ਸਿੱਧ ਘਾਟੀ ਦੀ ਸੱਭਿਅਤਾ ਦੇ ਲੋਕ ਸੀਗੇ ਜਿਹੜੇ ਉਹ ਘੋੜੇ ਤੋਂ ਨਹੀਂ ਜਾਣੂ ਸੀ, ਘੋੜੇ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਸੀਗੀ ਕਿ ਘੋੜਾ ਵੀ ਕੋਈ ਪਸ਼ੂ ਹੁੰਦਾ ਹੈ। ਨੈਕਸਟ ਹੈ ਜੀ,
ਢੋਲ ਵਜਾਉਣ ਦੀ ਪ੍ਰਥਾ ਭਾਰਤ ਨੇ ਕਿੱਥੋਂ ਸਿੱਖੀ ਹੈ? ਤਾਂ ਢੋਲ ਵਜਾਉਣ ਦੀ ਜਿਹੜੀ ਪ੍ਰਥਾ ਹੈ ਉਹ ਸਿੰਧੂ ਘਾਟੀ ਦੇ ਲੋਕਾਂ ਕੋਲੋਂ ਸਿੱਖੀ ਹੈ, ਕਿਉਂਕਿ ਇਹ ਖੁਸ਼ੀ ਮਨਾਉਣ ਦੇ ਲਈ ਜਿਹੜਾ ਹੈ ਢੋਲ ਵਜਾਉਂਦੇ ਹੁੰਦੇ ਸੀਗੇ। ਠੀਕ ਹੈ, ਇੱਥੋਂ ਹੀ ਸਾਡੇ ਭਾਰਤ ਦੇ ਵਿੱਚ ਇਹ ਪ੍ਰਥਾ ਸ਼ੁਰੂ ਹੋ ਗਈ ਸੀਗੀ। ਨੈਕਸਟ ਹੈ, ਹੜੱਪਾ ਦੇ ਟਿੱਲੇ ਦਾ ਸਭ ਤੋਂ ਪਹਿਲਾ ਵਰਣਨ ਕਿਸ ਨੇ ਕੀਤਾ ਸੀ? ਤਾਂ ਸਭ ਤੋਂ ਪਹਿਲਾ ਵਰਣਨ ਕੀਤਾ ਸੀਗਾ ਜੀ ਚਾਰਲਸ ਮੈਸਨ ਨੇ। ਇਹ ਸਭ ਤੋਂ ਪਹਿਲਾ ਵਰਣਨ ਕੀਤਾ ਸੀ ਹੜੱਪਾ ਟਿੱਲੇ ਦਾ, ਕਿ ਇਸ ਸਥਾਨ ਵਿਖੇ ਸ਼ਾਇਦ ਕੋਈ ਸੱਭਿਅਤਾ ਹੈਗੀ ਆ, ਤਾਂ ਇਸ ਦੀ ਜਿਹੜੀ ਖੋਜ ਆ ਉਹ ਕਰਨੀ ਚਾਹੀਦੀ ਹੈ। ਨੈਕਸਟ ਹੈ ਜੀ, ਸਿੰਧ ਘਾਟੀ ਦੀ ਸੱਭਿਅਤਾ ਦਾ ਆਕਾਰ ਕਿਹੋ ਜਿਹਾ ਹੈ? ਤਾਂ ਇਸ ਸੱਭਿਅਤਾ ਦਾ ਜਿਹੜਾ ਆਕਾਰ ਹੈ ਉਹ ਤ੍ਰਿਭੁਜ ਵਰਗਾ ਹੈ। ਠੀਕ ਹੈ, ਟ੍ਰਾਇੰਗਲ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਹੈ? ਪਾਕਿਸਤਾਨ ਦੇ ਵਿੱਚ ਹੈ ਅਤੇ ਇੰਡੀਆ, ਇਹਨਾਂ ਦੋਨਾਂ ਹੀ ਕੰਟਰੀਆਂ ਦੇ ਵਿੱਚ ਹੈ ਇਹ। ਨੈਕਸਟ ਹੈ ਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਨਿਰਮਾਤਾਵਾਂ ਦਾ ਪਤਾ ਲਗਾਉਣ ਲਈ ਕਿਸ ਚੀਜ਼ ਦਾ ਪ੍ਰਯੋਗ, ਕਿਸ ਚੀਜ਼ ਨੂੰ ਆਧਾਰ ਬਣਾਇਆ ਜਾਂਦਾ ਹੈ? ਸਿੰਧ ਘਾਟੀ ਦੀ ਸੱਭਿਅਤਾਵਾਂ ਦੇ ਨਿਰਮਾਤਾਵਾਂ ਦਾ ਪਤਾ ਲਗਾਉਣ ਦੇ ਲਈ ਕਿਸ ਚੀਜ਼ ਨੂੰ ਆਧਾਰ ਬਣਾਇਆ ਜਾਂਦਾ ਹੈ? ਤਾਂ ਇਹ ਹੈ ਜੀ ਮਨੁੱਖੀ ਕੰਕਾਲ। ਮਨੁੱਖੀ ਕੰਕਾਲਾਂ ਤੋਂ ਜਿਹੜਾ ਹੈ ਅਧਿਐਨ ਕੀਤਾ ਜਾਂਦਾ ਹੈ ਕਿ ਉਹ ਕੰਕਾਲ ਕਿੰਨੇ ਪੁਰਾਣੇ ਹੈਗੇ ਨੇਗੇ। ਠੀਕ ਹੈ, ਕਿਹੋ ਜਿਹੇ ਸੀ, ਕਿੰਨੀ ਹਾਈਟ ਸੀਗੀ, ਜਾਂ ਕੋਈ ਵੀ ਸਟਰਕਚਰ ਜਿਹੜਾ ਹੈ ਉਸ ਨੂੰ ਸਮਝਣ ਦੇ ਵਿੱਚ ਮਦਦ ਮਿਲਦੀ ਹੈਗੀ ਆ। ਨੈਕਸਟ ਹੈ, ਸਿੰਧ ਘਾਟੀ ਦੀ ਸੱਭਿਅਤਾ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ? ਸੋ ਇਸ ਘਾਟੀ ਦੀ ਜਿਹੜਾ ਕਹਿ ਸਕਦੇ ਹਾਂ ਸੱਭਿਅਤਾ ਦਾ ਜਿਹੜਾ ਜਨਮਦਾਤਾ ਹੈ ਉਹ ਦਰਾਵਿੜਾਂ ਨੂੰ ਮੰਨਿਆ ਜਾਂਦਾ ਹੈ, ਕਿ ਇਹੀ ਲੋਕ ਸੀਗੇ ਜਿਹੜੇ ਕਿ ਸਿੰਧ ਘਾਟੀ ਦੀ ਸੱਭਿਅਤਾ ਦਾ ਵਿਕਾਸ ਕਰਿਆ ਸੀ ਜਿਨ੍ਹਾਂ ਨੇ। ਨੈਕਸਟ ਹੈ ਜੀ, ਕਿਹੜੇ ਸਥਾਨ ਤੋਂ ਇੱਕ ਘਰ ਦੇ ਵਿੱਚ ਬਰਤਨ ਧੋਣ ਦਾ ਜਿਹੜਾ ਸਥਾਨ ਹੈ ਉਹ ਪ੍ਰਾਪਤ ਹੋਇਆ ਹੈਗਾ? ਤਾਂ ਇਹ ਸਥਾਨ ਹੈ ਜੀ ਬਣਾਵਾਲੀ, ਜਿਹੜਾ ਕਿ ਹਰਿਆਣੇ ਦੇ ਵਿੱਚ ਪੈਂਦਾ ਹੈ। ਸੋ ਇੱਥੇ ਘਰ ਦੇ ਵਿੱਚ ਬਰਤਨ ਧੋਣ ਦਾ ਸਥਾਨ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਇਹ ਸੀਗੇ ਅੱਜ ਦੇ ਸਾਡੇ ਹਿਸਟਰੀ ਦੇ ਜੋ ਕਿ 60 MCQ, ਸੋ ਇਸ ਤੋਂ ਜ਼ਿਆਦਾ ਸੀ ਵੈਸੇ 65 ਸੀਗੇ। ਸੋ ਇਹ ਕੁਐਸਚਨ ਸਾਰੇ ਦੇ ਸਾਰੇ ਆਪਾਂ ਕੰਪਲੀਟ ਕਰ ਲਏ ਨੇ, ਜੋ ਕਿ ਸਾਡੇ ਕਹਿ ਸਕਦੇ ਹੈਗੇ ਆ ਕਿ ਅਰਲੀਸਟ ਜਾਂ ਫਸਟ ਸਿਟੀਜ਼ ਦੇ ਨਾਲ ਸੰਬੰਧਿਤ ਹੈ। ਸੋ ਇਹ ਸਭ ਤੋਂ ਇੰਪੋਰਟੈਂਟ ਸੈਸ਼ਨ ਹੈ। ਠੀਕ ਹੈ, ਇਸ ਤੋਂ ਪਹਿਲਾਂ 2 ਪਾਰਟ ਜਿਹੜੇ ਉਹ ਕੰਪਲੀਟ ਹੋਏ ਨੇਗੇ, ਉਹ ਮੈਂ ਨਾ ਉੱਪਰਲੇ ਆਈ ਬਟਨ ਦੇ ਵਿੱਚ ਐਡ ਕਰ ਦੇਵਾਂਗਾ ਤਾਂ ਕਿ ਤੁਸੀਂ ਉੱਥੋਂ ਉਸਨੂੰ ਦੇਖ ਸਕੋ। ਠੀਕ ਹੈ, ਤਾਂ ਕਿ ਤੁਸੀਂ ਉਹਨੂੰ ਕੰਪਲੀਟ ਕਰ ਸਕੋ। ਬਹੁਤੇ ਨੇ ਦੇਖ ਲਿਆ ਹੈ, ਬਹੁਤੇ ਹਲੇ ਉਸ ਦੇ ਵਿੱਚ ਪੇਂਡਿੰਗ ਨੇ, ਕਿਉਂਕਿ ਇਹ ਥੰਬਨੇਲ ਦੇ ਵਿੱਚ ਵਿਨਵੇਅਰ ਵਾਲਾ ਜਿਹੜਾ ਉਹ ਐਡ ਕਰ ਦਿੱਤਾ ਗਿਆ ਸੀ ਬਾਈ ਮਿਸਟੇਕ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।